बहुते फेर पाए किरपन को, अब किछ कृपा कीजै। ओहो दयाल दर्शन देहु अपना, ऐसी बख्श करीजै। अनंत नानक परम पट खुले, गुर प्रसादी जानिया। साची निव लागी है भीतर, सतगुर स्यों मन मानिया। ज्ञान ध्यान किछ कर्म न जाना, सार न जाना तेरी। सब ते बड़ा सतगुर नानक, जिन कल राखी मेरी। सतनाम वाहिगुरु साहिब जीओ। सतगुर नानक देव आप उपाया, गुरु अंगद गुर सिख बबाने आया। गुर सिख है गुर अमर, सतगुर पाया। रामदास गुर सिख गुर सदवाया। गुरु अर्जन गुर सिख प्रगटी आया। गुर सिख हर गोविंद ना लुकै लुकाया। वाहिगुरु जी का खालसा, वाहिगुरु जी की फतेह। गरीब नवाज सतगुरु दीन दुनिया के मालक, सर्व कला समर्थ सतगुरु श्री गुरु ग्रंथ साहिब जी की हजूरी विच काफ़ी समय तो आप जी जुड़ के हजूर दियां बख्शिशां हिरदे विच टिका रहे हो। अगले समय विच जिवें कि जो स्रोते रूटीन विच ने, और मैं ये भी आरंभ विच इक्को बारी बेनती कर दिया कि इस स्थान ते बच्चों के खेडन लई बहुत थान है। जे जरूर बच्चों आदत नहीं बैण दी, उन्होंने तुसी थले भेज सकते हो। जे तुसी फोन सुनना है, वो भी तुसी बाहर जाके फिर एक ही काम हो सकता है। जिन्होंने बैठना चाहिए है संगत थोड़ी जी अगे अगे हो के बवे। और मैं बेनती करांगा सारे सिंघां नूं, बीबियां नूं कि तुसी नेड़े इकट्ठे हो के बवो, क्योंकि जिहड़ा फिर बाद विच आउंदा वो मत्था टेक के पिछे बैठ जाए। जिन्हें अद विचों जाना है, वैसे तो गुरमत विचार विच अद विच नहीं जाना चाहिए, पर जो कुदरती किसी को कोई काम है तो उसकी खिच भी बड़ी है भी कुछ ना कुछ सुना। ਉਹਦੇ वास्ते जे तुसी अगे अगे बैठोगे तो एक तरीका है कि वो सब तो पिछे बैठे जिन्हें विचों जाना। जदों उठ के जाए तो किसी को पता ही ना लगे भी कोई चला गया।
ਇਹ ਛੋਟੀਆਂ ਜਿਹੀਆਂ ਚੀਜ਼ਾਂ ਸਿੱਖਣ ਵਾਲੀਆਂ ਨੇ, ਇਹਦੇ ਨਾਲ ਬਹੁਤ ਇਕਾਗਰਤਾ ਬਣਦੀ। ਤਾਂ ਇਸ ਤਰ੍ਹਾਂ ਇਹ ਛੋਟੀਆਂ ਚੀਜ਼ਾਂ ਇੱਥੋਂ ਸਟੇਜ ਤੋਂ ਕਹਿਣੀਆਂ ਚਾਹੀਦੀਆਂ, ਸੰਗਤ ਨੂੰ ਪਤਾ ਲੱਗ ਜਾਂਦਾ। ਸੋ ਆਓ ਇਕਾਗਰ ਬਿਰਤੀਆਂ ਕਰੋ, ਗੁਰੂ ਚਰਨਾਂ ਨਾਲ ਜੋੜੋ। ਭਾਈ ਗੁਰਦਾਸ ਜੀ ਨੇ, ਕਿਉਂਕਿ ਉਹਨਾਂ ਨੇ 6 ਗੁਰੂ ਸਾਹਿਬਾਨ ਨੂੰ, ਉਹਨਾਂ ਵਿੱਚੋਂ 4 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਨੇ, ਔਰ ਸ਼ਾਇਦ ਗੁਰੂ ਅੰਗਦ ਦੇਵ ਜੀ ਦੇ ਦੀਦਾਰ ਵੀ ਕੀਤੇ ਹੋਣ। ਔਰ ਉਹਨਾਂ ਨੇ ਇਸ ਪੌੜੀ ਦੇ ਵਿੱਚ ਇੱਕ ਯਤਨ ਕੀਤਾ ਹੈ ਕਿ ਇਹ ਸਾਰੇ 10 ਦੇ 10 ਸਰੀਰ ਗੁਰੂ ਨਾਨਕ ਦਾ ਹੀ ਇੱਕ ਸਰੂਪ ਹਨ। ਸਿੱਖ ਪਹਿਲਾਂ ਇਹਦੇ ਉੱਤੇ ਕੰਮ ਕਰੇ ਸਭ ਤੋਂ ਪਹਿਲਾਂ, ਕਿਉਂਕਿ ਜੇ ਗੁਰੂ ਦਾ ਸਰੂਪ ਹੀ ਡਿਸਾਈਡ ਨਹੀਂ ਹੋਇਆ, ਪਤਾ ਨਹੀਂ ਲੱਗਾ ਸਿੱਖ ਨੂੰ ਵੀ ਮੇਰਾ ਰੂਪ ਕਿਹੜਾ ਹੈ, ਤੇ ਉਹਦਾ ਧਿਆਨ ਹਿੱਲਦਾ ਰਹੇਗਾ, ਕਦੀ ਕਿੱਧਰ ਜਾਏ। ਗੁਰੂ ਕੀ ਭੱਟਾ ਨੇ ਆਪਣੀ ਰਸਨਾ ਤੋਂ ਕਿਹਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਜੋਤ, ਇਹ ਜੋਤ ਚਾਨਣ ਲਫ਼ਜ਼ ਗੁਰੂ ਵਾਸਤੇ ਵਾਰ-ਵਾਰ ਬਾਣੀ ਵਿੱਚ ਆਇਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਕੱਲ ਵਿਚਾਰਿਆ। ਗੁਰੂ ਚਾਨਣ ਕਿਉਂ? ਇੱਕ ਤੇ ਉਹਦਾ ਗੁਣ, ਉਹ ਚਾਨਣ ਨਹੀਂ, ਬਾਹਰਲਾ ਚਾਨਣ ਨਹੀਂ, ਇਸ਼ਾਰਾ ਕੀਤਾ ਗਿਆ ਹੈ। ਜਿਵੇਂ ਤੁਸੀਂ ਪੜ੍ਹਦੇ ਹੋ ਪਵਨ ਗੁਰੂ, ਕਈਆਂ ਨੇ ਇਹਦੇ ਅਰਥ ਕਰ ਦਿੱਤੇ ਗੁਰੂ ਪਵਨ, ਹਵਾ ਗੁਰੂ ਹੈ। ਇੱਥੇ ਅਸੀਂ ਭਟਕ ਗਏ, ਪਵਨ ਗੁਰੂ ਨਹੀਂ, ਅਸਲ ਵਿੱਚ ਪਵਨ ਦੇ ਗੁਣ ਗੁਰੂ ਨਾਲ ਮਿਲਾ ਕੇ ਦੱਸੇ ਗਏ ਨੇ। ਜਿਵੇਂ ਪਵਨ ਤੋਂ ਬਿਨਾਂ, ਹਵਾ ਤੋਂ ਬਿਨਾਂ ਆਦਮੀ ਦੀ ਮ੍ਰਿਤਿੂ ਹੁੰਦੀ ਹੈ, ਮਰ ਜਾਂਦਾ ਹੈ। ਸਰੀਰ ਜਿੱਥੇ ਹਵਾ ਨਹੀਂ ਮਿਲਦੀ, ਜਿੱਥੇ ਆਕਸੀਜਨ ਨਹੀਂ ਮਿਲਦੀ, ਉਹਦੀ ਮੌਤ ਹੋ ਜਾਏ। ਇਸੇ ਤਰ੍ਹਾਂ ਜਿਹੜੀ ਆਤਮਾ ਹੈ, ਜਿਹੜੀ ਜਿੰਦ ਹੈ, ਜੇ ਉਹਦਾ ਸੰਬੰਧ ਗੁਰੂ ਨਾਲ ਨਹੀਂ ਬਣਦਾ ਤੇ ਉਹ ਅਧਿਆਤਮਕ ਤੌਰ ਤੇ ਮਰ ਜਾਂਦੀ ਹੈ। ਤਾਂ ਇੱਥੇ ਕਿਹਾ ਪਵਨ। ਫਿਰ ਪਵਨ ਸਾਰੀ ਥਾਵਾਂ ਤੇ ਹੈ, ਜਿੱਥੇ ਮਰਜੀ ਜਾਓ, ਗੁਰੂ ਵੀ ਸਾਰੇ ਥਾਵਾਂ ਤੇ। ਇਸੇ ਤਰ੍ਹਾਂ ਗੁਰੂ ਨੂੰ ਚਾਨਣ ਦੇ ਨਾਲ ਤੁਲਨਾ ਦਿੱਤੀ ਗਈ ਹੈ। ਕਿਉਂ ਦਿੱਤੀ ਗਈ? ਮੈਂ ਥੋੜੀ ਜਿਹੀ ਕੱਲ ਇੱਕ ਬੇਨਤੀ ਤਾਂ ਮੈਂ ਕਰ ਚੁੱਕਾ ਵੀ ਚਾਨਣ ਦੇ ਅਰਥ ਨੇ ਵਿਸ਼ਵਾਸ। ਉਹ ਸਿੱਖ ਸਮਝੋ ਉਹਦੀ ਜ਼ਿੰਦਗੀ ਦੇ ਵਿੱਚ ਦੀਵਾਲੀ ਆ ਗਈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਆ ਗਿਆ ਵੀ ਮੇਰਾ ਗੁਰੂ ਪੂਰਾ ਹੈ, ਸਮਰੱਥ ਹੈ। ਸਭ ਤੋਂ ਪਹਿਲੀ ਸਿੱਖ ਦੀ ਇੱਥੋਂ ਸ਼ੁਰੂਆਤ ਹੁੰਦੀ ਵੀ ਮੇਰਾ ਗੁਰੂ ਪੂਰਾ ਹੈ। ਇੱਥੋਂ ਸ਼ੁਰੂਆਤ ਹੋਏਗੀ। ਇਹਦੇ ਤੋਂ ਪਹਿਲਾਂ ਜੇ ਇਹ ਕਲਾਸ ਕਲੀਅਰ ਨਹੀਂ ਹੋਈ, ਬਾਕੀ ਜਿੰਨੇ ਮਰਜ਼ੀ ਕੰਮ ਕਰੀ ਜਾਈਏ ਉਹ ਸਾਰੇ ਕੱਚੇ ਰਹਿ ਜਾਣਗੇ। ਜਿਵੇਂ ਨੀਂਹ ਠੀਕ ਨਾ ਹੋਵੇ, ਉੱਪਰ ਭਾਵੇਂ ਤੁਸੀਂ ਉਹਦੇ ਤੇ ਪੱਥਰ ਦੀ ਥਾਂ ਤੇ ਸੰਗਮਰਮਰ ਜੋ ਮਰਜ਼ੀ ਲਾਓ, ਕੋਈ ਅਰਥ ਨਹੀਂ। ਵਿਸ਼ਵਾਸ ਨਹੀਂ, ਸੇਵਾ ਬੜੀ ਹੈ। ਵਿਸ਼ਵਾਸ ਨਹੀਂ, ਸੇਵਾ ਬੜੀ ਹੈ। ਗੁਰਦੁਆਰੇ ਦਸਵੰਧ ਵੀ ਦਿੰਦਾ, ਵਿਸ਼ਵਾਸ ਨਹੀਂ। ਗੁਰੂ ਗ੍ਰੰਥ ਸਾਹਿਬ ਭਰੋਸਾ ਨਹੀਂ। ਨਗਰ ਕੀਰਤਨ ਦੇ ਅੱਗੇ ਮਾਂਜਾ ਵੀ ਫੇਰਦਾ ਹੈ, ਵਿਸ਼ਵਾਸ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜਾ ਕੋਈ ਕਰਦਾ, ਬੜਾ ਕੋਈ ਕਰਦਾ। ਜਿਹੜੀ ਥੱਲੇ ਵਾਲੀ ਇੱਟ ਸੀ ਪਿੱਲੀ ਰਹਿ ਗਈ, ਬਾਕੀ ਉੱਤੇ ਮੈਲ ਬਣਾ ਦਿੱਤੀ, ਹਿੱਲ ਗਈ। ਗੁਰੂ ਨੂੰ ਚਾਨਣ ਕਿਹਾ ਹੈ। ਸੱਚੇ ਪਾਤਸ਼ਾਹ ਕਹਿੰਦੇ ਗੁਰ ਗਿਆਨ ਘਟ ਬਲਿਆ, ਹਰ ਰੱਧਾ ਰਤਨ ਪਦਾਰਥੋਂ ਗੁਰੂ ਗਿਆਨ ਘਟ ਬਲਿਆ। ਗੁਰੂ ਇੱਕ ਦੀਵੇ, ਗੁਰੂ ਸ਼ਬਦ ਗੁਰਬਾਣੀ ਦੀਵਾ ਹੈ। ਤੇ ਦੀਵਾ ਨਾ ਕਿਤੇ ਜਗਾ ਕੇ ਬੈਠ ਜਾਣਾ ਵੀ ਇਹ ਗੁਰੂ ਹੈ। ਮੈਂ ਫਿਰ ਕਹਾਂਗਾ, ਦੀਵੇ ਦਾ ਇੱਕ ਗੁਣ ਹੈ ਤੇ ਗੁਰੂ ਦਾ ਉਹ ਹੀ ਗੁਣ ਹੈ। ਦੀਵੇ ਦਾ ਇੱਕ ਗੁਣ ਮੈਂ ਆਪ ਜੀ ਨਾਲ ਸਾਂਝਾ ਕਰਾਂ, ਜਿਹੜਾ ਗੁਰੂ ਨਾਲ ਇੰਨ ਬਿੰਨ ਮਿਲਦਾ ਹੈ। ਇਸ ਲਈ ਗੁਰੂ ਨੂੰ ਦੀਵਾ, ਚਾਨਣ, ਜੋਤ ਇਹ ਕਿਹਾ ਗਿਆ। ਉਦਾਹਰਨ ਦੇ ਤੌਰ ਤੇ ਇੱਕ ਮਕਾਨ ਹੈ, ਉਹ ਮਕਾਨ 100 ਸਾਲ ਤੋਂ ਹਨੇਰੇ ਵਿੱਚ, ਉੱਥੇ ਕੋਈ ਚਾਨਣ ਨਹੀਂ। 100 ਸਾਲ ਨਾ ਉੱਥੇ ਕੋਈ ਰਿਹਾ, ਨਾ ਕਿਸੇ ਲਾਈਟ ਲਗਵਾਈ, ਨਾ ਕਿਸੇ ਦੀਵਾ ਬਾਲਿਆ, ਕੁੱਪ ਹਨੇਰਾ। ਇੱਕ ਆਦਮੀ ਨੇ ਉਹ ਮਕਾਨ ਖਰੀਦਿਆ, ਉਹਦੇ ਵਿੱਚ ਪ੍ਰਵੇਸ਼ ਕਰ ਗਏ। ਉਹਨੇ ਵੇਖਿਆ ਵੀ ਹਨੇਰਾ ਦਿਸਦਾ ਹੀ ਕੋਈ ਨਹੀਂ। ਸਭ ਤੋਂ ਪਹਿਲਾਂ ਦੀਵਾ ਲੈ ਗਿਆ। ਦੀਵਾ ਲਿਆਂਦਾ, ਉਹਨੂੰ ਬਾਹਰੋਂ ਕਿਸੇ ਨੇ ਕਿਹਾ
ਵੀ ਇਹਦੇ ਵਿੱਚ 100 ਸਾਲ ਹਨੇਰਾ ਰਿਹਾ, ਹੁਣ ਤੈਨੂੰ 100 ਸਾਲ ਲੱਗੇਗਾ ਚਾਨਣ ਕਰਨ ਲੱਗੇ। ਨਹੀਂ, ਇਹ ਗੱਲ ਨਹੀਂ ਹੈ। ਜਿੱਥੇ 100 ਸਾਲ ਹਨੇਰਾ ਰਿਹਾ, ਦੀਵਾ ਇੱਕ ਪਲ ਵਿੱਚ ਉਸ ਹਨੇਰੇ ਨੂੰ ਮਿਟਾ ਸਕਦਾ ਹੈ। ਇਹ ਨਹੀਂ ਕਹਾਂਗੇ ਵੀ 100 ਸਾਲ ਲੱਗੇਗਾ ਚਾਨਣ ਨੂੰ ਹਨੇਰਾ ਮਿਟਾਉਂਦਿਆਂ। ਗੁਰੂ ਦਾ ਅਰਥ ਹੈ ਸਿੱਖ ਦੇ ਪਾਪ ਇੱਕ ਜਨਮ ਦੇ ਨਹੀਂ 100 ਜਨਮਾਂ ਦੇ ਹੋਣ। ਜਿੱਥੇ ਗੁਰੂ ਨੇ ਪੈਰ ਰੱਖ ਦਿੱਤਾ, ਬਸ ਜਿਵੇਂ ਦੀਵਾ ਬਲਿਆ ਅੰਧੇਰਾ ਜਾਏ, ਉਸੇ ਵੇਲੇ ਸਾਰੇ ਜਨਮਾਂ ਦੀ ਰੁਕਾਵਟ ਉੱਥੇ ਖਤਮ ਹੋ ਜਾਏ। ਅਸੀਂ ਇਹ ਨਹੀਂ ਕਹਿ ਸਕਦੇ, ਵੀ ਹੁਣ ਇੰਨੇ ਜਨਮ ਲੱਗਣਗੇ ਇਹਨੂੰ, ਵੀ ਇਹਨੇ ਪਾਪ 100 ਕੀਤੇ ਤੇ 100 ਇਹਨੂੰ ਪੁੰਨ ਕਰਨੇ ਪੈਣਗੇ। ਫਿਰ 100 ਪੁੰਨ ਕਰਦਿਆਂ ਨੂੰ 10 ਪਾਪ ਹੋਰ ਹੋ ਜਾਣੇ, ਫਿਰ ਕਿੱਧਰ ਜਾਓ। ਗੁਰੂ ਦਾ ਮਤਲਬ ਜੋ ਦੇਰ ਨਹੀਂ ਲਾਏਗਾ, ਜਿਸ ਕੰਮ ਵਿੱਚ ਹਜ਼ਾਰਾਂ ਸਾਲ ਲੱਗ ਸਕਦੇ ਨੇ, ਉਹਨੂੰ ਇੱਕ ਪਲ ਵਿੱਚ ਕਰਨ ਵਾਲਾ ਦੀਵਾ ਹੈ। ਦੀਵੇ ਦੇ ਅੱਗੇ ਚਾਨਣ ਰੁਕਾਵਟ ਵੀ ਨਹੀਂ ਪਾ ਸਕਦਾ, ਭਾਵੇਂ ਕਿੰਨੇ ਪਾਪ ਨੇ ਜੀਵਨ ਵਿੱਚ, ਕਿੰਨੇ ਪਾਪ ਹੋਣ, ਪਾਪਾਂ ਦੇ ਬੇਸ਼ੁਮਾਰ ਢੇਰ ਲੱਗੇ ਹੋਣ, 1000 ਜਨਮਾਂ ਦੇ ਪਾਪ ਅਪਰਾਧ ਜੋ ਝੂਠ ਕੀਤਾ ਸੀ ਸਭ ਇਕੱਠਾ ਹੋਇਆ ਹੈ। ਬਸ ਇੱਕ ਸਵਿਚ ਆਫ ਸੀ ਜਿਹੜਾ, ਉਹ ਆਨ ਹੋ ਗਿਆ। ਗੁਰੂ ਦਾ ਸ਼ਬਦ ਅੰਦਰ ਆਇਆ ਨਹੀਂ ਤੇ ਹਜ਼ਾਰਾਂ ਸਾਲਾਂ ਦੀ ਪੰਡ ਟੁੱਟ ਕੇ ਤਬਾਹ ਹੋ ਗਈ ਉਸ। ਇਹਨੂੰ ਸਤਿਗੁਰੂ ਨੇ ਕਿਹਾ, ਬਲਿਹਾਰੀ ਗੁਰ ਆਪਣੇ ਜੋ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਦੇ ਅਰਥ ਦੇਰ। ਗੁਰਬਾਣੀ ਵਿੱਚ ਕਈ ਸ਼ਬਦ ਵੱਖਰੇ ਵੱਖਰੇ ਅਰਥਾਂ ਵਿੱਚ ਆਉਣਗੇ। ਕਿਤੇ ਬਾਰ ਦੇ ਅਰਥ ਹੋਣਗੇ, ਇੱਕ ਭਾਸ਼ਾ ਵਿੱਚ ਪੰਜਾਬ ਦੇ ਵਿੱਚ ਉਹਨੂੰ ਦਰਵਾਜ਼ੇ ਨੂੰ ਬਾਰ ਕਹਿੰਦੇ, ਬਾਰ ਭੇੜ ਦਿਓ, ਦਰਵਾਜ਼ਾ ਬੰਦ ਕਰ ਦਿਓ। ਉੱਥੇ ਬਾਰ ਦੇ ਅਰਥ ਨੇ ਦਰਵਾਜ਼ਾ। ਇੱਕ ਬਾਰ ਦੇ ਅਰਥ ਨੇ ਵਾਰੀ ਆਉਣੀ। ਜਿਵੇਂ ਜਦੋਂ ਸਮਾਪਤੀ ਹੋਣ ਲੱਗਦੀ ਤੇ ਵਿੱਚੋਂ ਵਿੱਚ ਸੰਗਤ ਦੇ ਅੰਦਰ ਹੋਣ ਲੱਗ ਪੈਂਦਾ ਵੀ ਲਾਈਨ ਲੱਗ ਜਾਣੀ ਲੰਗਰ ਵਿੱਚ, ਵਾਰੀ ਨਹੀਂ ਆਉਣੀ, ਵਿੱਚੋਂ ਛੱਡ ਕੇ ਭੱਜਣ ਲੱਗ ਪੈਂਦੇ, ਉਹਨੂੰ ਕਹਿੰਦੇ ਨੇ ਵਾਰੀ। ਇੱਥੇ ਨਾਮ ਦੇ ਅਰਥ ਵਾਰੀ ਨੇ, ਨਾ ਇੱਥੇ ਅਰਥ ਗੁਰੂ ਕੇ ਸਵਾਰਿਓ ਦਰਵਾਜ਼ਾ ਹੈ। ਇੱਥੇ ਨੇ ਦੇਰ, ਕਹਿੰਦੇ ਪੂਰੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸਿਰ ਤੇ ਰੱਖਿਆ ਹੱਥ, ਬਸ ਹੱਥ ਰੱਖਣ ਦੀ ਦੇਰ ਸੀ। ਉਹਨੇ ਬੰਦੇ ਤੋਂ ਦੇਵਤੇ ਬਣਾ ਦਿੱਤੇ। ਪੜ੍ਹੀਏ ਪਿਆਰ ਨਾਲ, ਜਿਨ ਮਾਨਸ ਤੇ ਦੇਵਤੇ ਕੀਏ, 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 ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨ ਲਾਗੀ ਬਾਰ, 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 ਕਰਤ ਨ ਲਾਗੀ ਬਾਰ। ਇਸ ਸਿਧਾਂਤ ਤੇ ਪਹਿਲਾਂ ਦ੍ਰਿੜ ਹੋਈਏ ਕਿ ਦੇਰ ਨਹੀਂ ਲੱਗ ਸਕਦੀ। ਐਵੇਂ ਭਰਮਾ ਦਿੱਤਾ ਗਿਆ ਲੋਕਾਂ ਨੂੰ, ਬੁੱਝ ਦਿੱਤੇ, ਉਹਨਾਂ ਦੇ ਪੰਡ ਬਣ ਦਿੱਤੀ, ਨਹੀਂ ਹੋ ਸਕਦਾ। ਤੂੰ ਪਾਪੀ ਕਹਿ ਕੇ ਮੁੱਲਾ ਨੇ ਜਿੰਦ ਸੁਕਾ ਦਿੱਤੀ, ਸਾਰੇ ਪਾਪ ਗਿਣ ਦਿੱਤੇ, ਤੂੰ ਆ ਵੀ ਕਰਨਾ, ਕੁਝ ਨਹੀਂ ਅੜ ਸਕਦਾ ਗੁਰੂ ਦੇ। ਪਰ ਪਹਿਲਾਂ ਸਾਨੂੰ ਤਿਆਰ ਹੋਣਾ ਪਏਗਾ। ਹਾਂ, ਬੰਦੇ ਬਣਨ ਲੱਗਿਆ ਦੇਰ ਲੱਗਦੀ, ਦੇਵਤੇ ਬਣਨ ਲੱਗਿਆ ਨਹੀਂ ਲੱਗਦੀ। ਬੰਦਾ ਬਣੇਗਾ ਦੇਵਤਾ ਫਿਰ ਬਣੇਗਾ, ਜੇ ਬੰਦੇ ਨਹੀਂ ਬਣਿਆ। ਜਿਹਨੂੰ ਮਾਨਸ ਤੇ ਬਣੀਏ। ਸਿਰਫ ਇੱਕੋ ਹੀ ਜੂਨ ਇਸ ਜ਼ਮੀਨ ਦੀ ਜਿਹੜੀ ਆਪਣੀ ਅਸਲੀਅਤ ਵਿੱਚ ਨਹੀਂ ਆਉਂਦੀ। ਹਰ ਇੱਕ ਜੂਨ ਕੁੱਤਾ ਹੀ ਹੈ, ਹੋਰ ਕੁਝ ਵੀ ਨਹੀਂ। ਸ਼ੇਰ ਹੀ ਹੈ, ਹੋਰ ਕੁਝ ਨਹੀਂ ਉਹਨੂੰ ਕਹਿ ਸਕਦੇ ਵੀ ਇਹ ਗਧਾ ਹੈ ਜਾਂ ਘੋੜਾ ਹੈ। ਜਿੰਨੀਆਂ ਜੂਨਾਂ ਵੇਖੋਗੇ ਸੱਪ ਹੀ ਰਹੇਗਾ, ਉਹਨੇ ਨਹੀਂ ਆਪਣੇ ਸੁਭਾਅ ਵਿੱਚ ਫਰਕ ਪਾਉਣਾ। ਸ਼ੇਰ ਨੇ ਸ਼ੇਰ ਹੀ ਰਹਿਣਾ, ਹਾਥੀ ਨੇ ਹਾਥੀ ਰਹਿਣਾ। ਆ ਇੱਕ ਜੂਨ ਹੈ ਇਸ ਜ਼ਮੀਨ ਦੀ ਜਿਹੜੀ ਜੋ ਕੁਝ ਬਣੀ ਹੈ ਉਹ ਨਹੀਂ ਰਹਿੰਦੀ। ਉਹਨੂੰ ਕਹਿੰਦੇ ਬੰਦਾ ਨਹੀਂ ਰਹਿੰਦਾ।
कई कुछ बन जाता, कई रूप धारण कर जाता। जदों किसी के सारे रूप मिट जाण उन्होंने कहते भी देवता बन गया, जदों कई रूप होण उन्होंने कहते ने दैंत। तुसीं वेख्या होना दशहरे वाले दिन 10 सिरां वाला रावण बना के ना अग लाउंदे फूकदे, पर यह कोई पता नहीं जिहड़े बना रहे ने उन्होंने 100 सिर होण, ये गल वखरी। 10 सिरां वाला रावण उन्होंने 10 सिर तां कहा सी कि उन्हें अपने जिहड़ा जदों उन्हें भगती कीती सी ना, उन्हें अपनियां 10 बिरतियां वढ के अपने गुरु के अगे रख दित्तियां सन। बाणी पढ़ के देखो कि समझ जे यो प्रेम की दम क्यों होती साठ, साठ कहते ने तबादला। जे पैसिਆਂ नाल गुरु खुश हुंदा हुंदा, जे माया नाल रब खुश हुंदा, समझ जो इस प्रेम की, जे प्रेम पैसिਆਂ नाल बनदा हुंदा, दम किहो होती। दम दे इत्थे अर्थ ने पैसे, दम दे अर्थ एक थां ते होणगे सवास, एक थां ते किते होणगे एक दम, इको वक्त। ये भेद है बाणी। जब तुसीं बाणी बार बार पढ़ोगे ना फिर अर्थ भेद समझ लगण। दम दे इत्थे अर्थ ने दमड़ा। जे कहंदे दमां दे नाल प्रेम मिलदा हुंदा ते रावण कोल किहड़ा पैसे नहीं सन। सतगुरु कहंदे ने कबीर जो समझ जो इस प्रेम की दम के होती साठ, साठ कहंदे तबादला, ओदे बराबर विच कुछ लेना। रावण हुते सो रंक न है, कहंदे रावण गरीब थोड़ी सी, रंकदार थे गरीब। जिन सिर दीने घाट, उन्हें सिर वढ के दिते, एक दिता, 2 दिता, 3 दिते, 4 सिर सारे वढ के दे दिते। वो सिर किहड़े सन? असीं की मंनने साडा इक्को ही सिर, किन्ने सिर ने? जदों बाहर जाने होर सिर, जदों क्लब विच बंदा जांदा होर सिर ने, जदों जिथे जांदा उहदा मूँह वखरा, होर होर सुभाव नूं कहंदे ने। वो सिर बाहरला नहीं सी, बाहरला सिर वड्डण दी गल नहीं, वो मैं घट ही कहां, क्योंकि अजकल ते वैसे ही बंदा आ जाए गुरुद्वारे वो बड़ी गल है। हुण तां सिर वड्डण दी गल थोड़ी जी घट ही करनी पैंदी। कहंदे उन्हें 10 आदतां अपनियां, जिहदे विच हुण किन्नियां गिणियां जा सकदियां ने। निंदिया एक सिर है, ईर्खा एक सिर है, चुगली एक सिर है, काम क्रोध लोभ मोह हंकार ये 5 सिर ने। किन्ने ने? मेल तेर एक सिर। ये कहंदे वड वड के दे गया, दे गया। पैसे नहीं दिते उन्हें दिते सिर, ते सिर दे के उन्होंने वो ताकत मिल गई। उन्हें रब नहीं सी मंगया, क्योंकि असी जो मंगांगे वो ही सानू मिलेगा। बड़े बड़े चुन के सियाणियां ने कहावतां लिखियां ने कि वो ही मिलता सानू गुरु कोलों जो मंगने, बाकी नहीं मिल सकता भावें कुछ भी होवे। असी मंगांगे, पहला मंग नूं सुधार। सच जानो गुरु कोल देन लग्या देर नहीं, असी मंग सुधारनी अपनी। असी मंग की रहे, किहड़ी चीज मंगी जाने। मैं एक कहानी पढ़ी, एक आदमी के घर में दरिद्र बड़ा सी, बहुत गरीबी सताई उन्होंने, गरीबी के घर परिवार में कलेश भी बड़ा। जो गरीबी है फिर झगड़ा भी है। वो तंग आ गया, उन्होंने किसी ने कहा भी जा तुम इत्थे किसी जंगल विच बैठ के आ मंत्र पढ़, देवता प्रगट होएगा, जो चाहेगा मंग ले, तेरा दरिद्र खत्म हो जाएगा। आम कहानियां धर्म दी ही चलदियां ने, होर सारा ज्ञान विज्ञान इत्थे ही गरीबी आ गई तो फिर गरीबी कट्टी गई। होर धर्म की 1430 अंग ने, उहदी गल थोड़ी आपां करनी विच। ठीक है, ये बंदे की प्रॉब्लम है धन, पर अज साडे विख्याना का 80% संसार नाल संबंध है, गुरु ग्रंथ साहिब नाल है नहीं। असी वो चीज विच लिआउंदे ही नहीं। तां जदों उन्हें भी लभ्या कोई पंडित भी दसो किहड़ा मंत्र, उन्हें दसता, किसी थां ते बैठ गया, उन्हें अपना वो पढ़िया मंत्र, महीना 2 जिन्ना कहा सी लाया, कहंदे देवता प्रगट हो गया। कहानी किते मैनूं ये ना पुछण लग जाना भी जंगल कित्थे विखाओ, हुणे भी चक्कर बहुत चले। मैं पहले कह दिया भी कहानी जिहड़ी समझण वास्ते हुंदी है। गुरु ग्रंथ साहिब दे विच भी कहानियां हैं। अज कुछ साडे बंदे कह जांदे भी कहानी नहीं। कौन कहंदा कहानी नहीं गुरु ग्रंथ साहिब दे विच?
ਕਹਾਣੀਆਂ ਦਾ ਮਤਲਬ ਹੁੰਦਾ ਵੀ ਚੀਜ਼ ਨੂੰ ਸਰਲ ਕਰਕੇ ਬੰਦੇ ਦੇ ਦਿਮਾਗ ਵਿੱਚ ਪਾਉਣਾ। ਮੈਨੂੰ ਪਿੱਛੇ ਹੁਣੇ ਦਿਮਾਗ ਦੇ ਉਹ ਮੈਡੀਕਲ ਦੇ ਜਾਣਕਾਰ ਨੇ, ਉਹਨਾਂ ਨੇ ਬੜੀ ਹੈਰਾਨ ਭਰੀ ਗੱਲ ਕੀਤੀ। ਉਹ ਕਹਿੰਦੇ ਵੀ ਸਾਡੇ ਦਿਮਾਗ ਦੀ ਜਿਹੜੀ ਵਾਇਰਿੰਗ ਹੈ ਨਾ, ਵਾਇਰਿੰਗ ਦਾ ਮਤਲਬ ਜਿਵੇਂ ਅਸੀਂ ਮੋਟਰ ਪਾਉਂਦੇ ਉਹਦੀਆਂ ਤਾਰਾਂ ਪਾਉਣ ਦਾ ਤਰੀਕਾ, ਸਾਡੇ ਦਿਮਾਗ ਦੀਆਂ ਨਾੜੀਆਂ ਇਸ ਤਰ੍ਹਾਂ ਨੇ ਵੀ ਉਹ ਜਦੋਂ ਅਸੀਂ ਕਹਾਣੀ ਕਹਿੰਦੇ ਆ ਤੇ ਬੜੀ ਛੇਤੀ ਪਕੜ ਕਰਦਾ ਹੈ, ਕਹਾਣੀ ਨੂੰ ਫੜਦਾ ਹੈ। ਜੇ ਤੁਸੀਂ ਸਿੱਧੀ ਗੱਲ ਕਹੋ ਤੇ ਉਹਦੀ ਪਕੜ ਵਿੱਚ ਨਹੀਂ ਆਏ। ਉਹ ਤਾਂ ਗੁਰੂ ਸਾਹਿਬ ਨੇ ਕਹਾਣੀਆਂ ਵਰਤੀਆਂ ਨੇ, ਕਿਤੇ ਛੱਪੜ ਦੀ ਉਦਾਹਰਨ ਦਿੱਤੀ ਹੈ, ਕਿਤੇ ਪੰਛੀਆਂ ਦੀਆਂ ਉਦਾਹਰਨਾਂ, ਕਿਤੇ ਹਾਥੀ ਦੀਆਂ, ਕਿਤੇ ਬਬੀਹੇ ਦੀਆਂ, ਕਿਤੇ ਹੋਰ। ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੀ ਕਹਾਣੀਆਂ ਨਾਲ ਭਰਿਆ ਹੋਇਆ। ਤੇ ਉਹ ਆਪ ਵੀ ਕਹਿੰਦੇ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ। ਇਹ ਕਹਾਣੀ ਸੀ। ਉਹਨੇ ਮੰਤਰ ਆਪਣਾ ਜੋ ਕੀਤਾ ਤੇ ਕਹਿੰਦੇ ਦੇਵਤਾ ਸਾਹਮਣੇ ਆ ਗਿਆ, ਖੁਸ਼ ਹੋ ਗਿਆ। ਕਹਿੰਦੇ ਦੱਸ ਕਾਹਦੇ ਵਾਸਤੇ ਤੂੰ ਆਇਆ, ਕੀ ਚਾਹੀਦਾ? ਉਹ ਕਹਿੰਦੇ ਜੀ ਜੋ ਕਵਾਂਗਾ ਉਹ ਹੀ ਮਿਲ ਜਾਏਗਾ। ਕਹਿੰਦੇ ਹਾਂ ਉਹ ਹੀ ਮਿਲ ਜਾਏਗਾ। ਹੁਣ ਇੱਥੇ ਦੋ ਗੱਲਾਂ ਨੇ, ਦਿੰਦੇ ਗੁਰੂ ਗ੍ਰੰਥ ਸਾਹਿਬ ਜੀ ਵੀ ਹੈ। ਸੰਸਾਰ ਇਹ ਨਹੀਂ ਮੈਂ ਕਹਿੰਦਾ ਵੀ ਇੱਥੇ ਕੋਈ ਸੰਸਾਰ ਦੀ ਅਰਦਾਸ ਨਹੀਂ ਹੋ ਸਕਦੀ। ਜੋ ਵੀ ਚਾਹੀਦਾ 1 ਤੋਂ 100 ਤੱਕ ਸਿੱਖ ਨੂੰ ਜਿੰਨੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਮੰਗਣੀ, ਹੋਰ ਕਿਤੋਂ ਥੋੜੀ ਸਿੱਖ ਨੇ ਮੰਗਣੀ। ਦੁੱਧ ਦੀ ਲੋੜ ਹੈ, ਪੁੱਤਰ ਦੀ ਲੋੜ ਹੈ। ਕਈ ਵਾਰੀ ਅਸੀਂ ਬਹੁਤੇ ਸਖਤ ਹੋ ਕੇ ਕਹਿੰਦੇ ਵੀ ਨਹੀਂ ਇਹ ਗੱਲਾਂ ਤੇ ਹੈ। ਕੁਝ ਫੀਸਦੀ ਨੇ ਧਰਮ ਦੀਆਂ, 5%, 95 ਸ਼ਬਦ ਦਾ ਗਿਆਨ ਹੈ ਸਿੱਖੀ ਦੇ। ਹੁਣ ਅਰਦਾਸ ਇੱਥੇ ਵੀ ਹੈ, ਸਤਿਗੁਰੂ ਕੋਲ ਵੀ ਅਸੀਂ ਮੰਗਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿਣਗੇ ਵੀ ਪਹਿਲਾਂ ਜੋ ਤੂੰ ਮੇਰੇ ਤੋਂ ਮੰਗਿਆ ਨਾ, ਇੱਕ ਤੇ ਗੱਲ ਸਿੱਧੀ ਹੈ ਨਾ, ਜੋ ਮੇਰੇ ਤੋਂ ਤੂੰ ਲੈਣਾ ਹੈ ਪਹਿਲਾਂ ਤੂੰ ਉਹਦੇ ਸੁਭਾਅ ਬਾਰੇ ਮੇਰੇ ਕੋਲ ਪੁੱਛ ਲੈ ਤੇ ਇਹਨੂੰ ਕਿਵੇਂ ਵਰਤਣਾ। 2 ਗੱਲਾਂ ਪੁੱਛ ਕੇ ਫਿਰ ਲੈ ਕੇ ਜਾਏ, ਨਹੀਂ ਤੇ ਇਹਨੇ ਹੀ ਤੇਰਾ ਕਹਾਣ ਕਰ ਦੇਣਾ, ਖਤਮ ਕਰ ਦੇਣਾ। ਕਿਉਂਕਿ ਚੀਜ਼ਾਂ ਦੇ 2 ਚੀਜ਼ਾਂ ਹੁੰਦੀਆਂ, ਤੁਸੀਂ ਵੇਖੋ ਹਰ ਇੱਕ ਚੀਜ਼ ਦੇ 2 ਚੀਜ਼ਾਂ ਸਾਹਮਣੇ ਹੁੰਦੀਆਂ। ਉਹ ਇੱਕ ਕਹਿੰਦੇ ਨੇ ਸੁਭਾਅ ਤੇ ਦੂਜਾ ਹੁੰਦਾ ਸਰੂਪ। ਕਦੀ ਵੀ ਕਿਸੇ ਦਾ ਰੂਪ ਵੇਖਣ ਨਾਲ ਉਹਦੇ ਸੁਭਾਅ ਦਾ ਪਤਾ ਨਹੀਂ ਲੱਗੇਗਾ। ਕਦੀ ਵੀ ਕਿਸੇ ਦਾ ਚਿਹਰਾ ਮੋਹਰਾ ਵੇਖਣ ਉਹਦੇ ਸੁਭਾਅ ਦਾ, ਹਰ ਇੱਕ ਚੀਜ਼ ਦੇ ਆ ਥੰਮ ਹੈ ਸਾਹਮਣੇ ਖੜਾ ਹੈ, ਇਹਦਾ ਇੱਕ ਸਰੂਪ ਹੈ ਸਾਹਮਣੇ ਦੇ ਸਰੂਪ ਇਹ ਹੈ, ਪਰ ਇਹਦਾ ਸੁਭਾਅ ਕੀ ਹੈ ਇੰਜੀਨੀਅਰ ਨੂੰ ਪਤਾ ਹੈ ਇਹਦੇ ਵਿੱਚ ਕੀ ਕੀ ਪਾਇਆ ਹੋਇਆ, ਕਿਹੜਾ ਮਸਾਲਾ ਹੈ, ਇਹ ਕਿੰਨੇ ਸਾਲ ਚੱਲੇਗਾ, ਕਿੰਨੇ ਸਾਲਾਂ ਬਾਅਦ ਡਿੱਗ ਪਏਗਾ। ਉਹ ਸੁਭਾਅ ਹੈ। ਇਸੇ ਕਰਕੇ ਜਿੰਨਾ ਚਿਰ ਕਿਸੇ ਚੀਜ਼ ਦੇ ਸੁਭਾਅ ਦਾ ਨਹੀਂ ਪਤਾ ਲੱਗਦਾ ਉਹ ਵਿਅਕਤੀ ਠੱਗਿਆ ਜਾਂਦਾ ਹੈ। ਜਿਹੜਾ ਸਿਰਫ ਰੂਪ ਵੇਖ ਕੇ ਚੀਜ਼ ਨੂੰ ਚੁਣ ਲੈਂਦਾ ਹੈ ਉਹਦਾ ਸੁਭਾਅ ਨਹੀਂ ਰਹਿੰਦਾ, ਕਿਉਂਕਿ ਸੁਭਾਅ ਹੀ ਉਹਦੀ ਤਸਵੀਰ ਹੈ। ਜਦੋਂ ਅਸੀਂ ਕਿਸੇ ਨਵੇਂ ਘਰ ਦੇ ਨਾਲ ਨਾਤਾ ਜੋੜਦੇ ਹਾਂ, ਕਿਤੇ ਰਿਸ਼ਤਾ ਕੀਤਾ ਜਾਂਦਾ ਹੈ, ਪਹਿਲਾਂ ਆਦਮੀ ਉਹਨਾਂ ਨੂੰ ਵੇਖਦਾ, ਉਹ ਕਹਿੰਦਾ ਵੇਖ ਕੇ ਕਹਿੰਦੇ ਪਸੰਦ ਤੇ ਆ ਗਿਆ ਲੜਕਾ, ਹੁਣ ਕਹਿੰਦੇ ਦੱਸੋ, ਕਹਿੰਦੇ ਥੋੜਾ ਜਿਹਾ ਅਸੀਂ ਪਤਾ ਕਰ ਲਈਏ। ਉਹ ਕਹਿੰਦਾ ਜੀ ਪਤਾ ਕਾਹਦਾ ਕਰਨਾ, ਤੁਹਾਡੇ ਸਾਹਮਣੇ ਤੇ ਬੈਠਾ ਹੈ, ਸਰੀਰ ਤੇ ਸਾਹਮਣੇ ਹੈ। ਉਹ ਕਿਉਂ ਕਹਿੰਦਾ ਵੀ ਅਜੇ ਪਤਾ ਕਰ ਲਈਏ? ਕਿਉਂਕਿ ਸਰੀਰ ਮਨੁੱਖ ਨਹੀਂ ਹੈ। ਧਿਆਨ ਦੇਣਾ, ਗੁਰੂ ਤੇ ਸਰੀਰ ਹੋਣਾ ਕੀ ਸੀ, ਮਨੁੱਖ ਵੀ ਸਰੀਰ ਨਹੀਂ। ਸਰੀਰ ਵੇਖਿਆ ਉਹਦਾ ਨਹੀਂ ਪਤਾ ਲੱਗਦਾ ਕੌਣ। ਉਹ ਫਿਰ ਆਲੇ ਦੁਆਲੇ ਉਹਦੇ ਸੁਭਾਅ ਦਾ ਪਤਾ ਲੈ ਕੇ ਫਿਰ ਕਹਿੰਦਾ ਵੀ ਇਹ ਆਦਮੀ ਇਸ ਤਰ੍ਹਾਂ ਦਾ ਹੈ, ਇਮਾਨਦਾਰ ਹੈ ਕਿ ਬੇਈਮਾਨ ਹੈ, ਕੌਣ ਹੈ, ਉਹਦਾ ਸਰੂਪ। ਸਾਡਾ ਸਰੂਪ ਸ਼ਬਦ ਹੈ, ਸਾਡਾ ਸਰੂਪ ਸਰੀਰ ਨਹੀਂ। ਧਿਆਨ ਦਿਓ, ਤੁਸੀਂ ਭਾਗਾਂ ਵਾਲੇ ਹੋ ਵੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੇ ਅਸਲੀ ਸਰੂਪ ਨਾਲ ਜੋੜ ਦਿੱਤਾ ਹੈ। ਆ ਬਾਕੀ ਤੁਮ ਗੁਰੂ ਬਣੀ ਫਿਰਦੇ ਨੇ, ਕੋਈ ਫਿਲਮਾਂ ਦਾ ਐਕਟਰ ਬਣ ਗਿਆ ਗੁਰੂ। ਹੁਣ ਤੇ ਬਹੁਤ ਸਿਰੇ ਤੇ ਗੱਲ ਚੱਲੀ ਫਿਲਮਾਂ ਦੇ ਐਕਟਰ। ਇਹਨਾਂ ਘਾਣ ਕਦੀ ਧਰਮ ਦਾ ਸ਼ਾਇਦ ਇਸ ਜ਼ਮੀਨ ਤੇ ਹੋਇਆ। ਨਚਾਰ ਲਫੰਗੇ ਜਿਨ੍ਹਾਂ ਨੇ ਧਰਮ ਦਾ ਜਲੂਸ ਕੱਢ ਦਿੱਤਾ ਉਹ ਗੁਰੂ। ਤੇ ਵੇਖੋ ਇਹ ਵੀ ਇੱਕ ਅੰਨੀ ਗੱਲ ਹੈ ਕਿ ਲੱਖਾਂ ਲੋਕ ਮੰਨੀਏ ਜਾ ਰਹੇ ਨੇ, ਅਜੇ ਵੀ ਮੰਨੀ ਜਾ ਰਹੇ, ਕੋਈ ਨਹੀਂ ਉਹਨਾਂ ਨੂੰ ਹਟਾਏਗਾ, ਕੋਈ ਕਹੇਗਾ ਨਹੀਂ। ਉਹ ਸਾਹਮਣੇ ਉਹ ਸਰਸੇ ਵਾਲਾ ਕਹਿੰਦਾ ਵੀ ਜੇ ਗੁਰੂ ਵੇਸਵਾ ਦਾ ਨਾਚ ਵੀ ਬਹਿੰਦਾ, ਕਹਿੰਦੇ ਵੇਸਵਾ ਵੀ ਸਵਰਗ ਵਿੱਚ ਚਲੀ ਜਾਏਗੀ। ਪਰ ਕੀ ਕਰੀਏ, ਅੰਧੀ ਰਹਿਤ ਗਿਆਨ ਵੀ ਹੋਣੀ। ਭਾਏ ਭਰੇ ਬੰਦਾਰ ਉਹਨਾਂ ਦੀਆਂ ਅੱਖਾਂ ਤੇ ਪੱਟੀਆਂ ਬੰਨ ਦਿੱਤੀਆਂ, ਉਹ ਨਹੀਂ ਕਦੀ ਖੁੱਲਣੀ। ਇਸ ਤਰ੍ਹਾਂ ਉਹਦਾ ਸੁਭਾਅ ਸੀ ਜਿਹੜਾ ਅਸਲ ਵਿੱਚ ਆ ਜਿਹੜਾ ਮਟੀਰੀਅਲ ਹੈ ਜੋ ਸਾਹਮਣੇ ਦਿਸ ਰਿਹਾ ਹੈ, ਕੋਈ ਜੀਵਨ ਨਹੀਂ ਅਸਲੀਅਤ ਵਿੱਚ। ਜਦੋਂ ਤੁਸੀਂ ਡੂੰਘੇ ਵਿੱਚ ਜਾਓਗੇ ਤੇ ਬੈਕ ਸਾਈਡ ਤੇ
ਜਿਹੜਾ ਅਨਦਿਸ ਦਾ ਸਿਸਟਮ ਹੈ, ਉਹਨੂੰ ਸ਼ਬਦ ਤੇ ਸੁਰਤ ਕਹਿੰਦੇ, ਉਹ ਚਲਾ ਰਿਹਾ ਸਾਰੇ ਸੰਸਾਰ ਨੂੰ। ਸਰੀਰ ਤੇ ਸਿਰਫ ਉਹਦਾ ਇੱਕ ਵਾਹਨ ਹੈ, ਉਹ ਗੱਡੀ, ਉਹਦੇ ਉੱਤੇ ਚੱਲ ਰਿਹਾ ਅੰਦਰਲਾ ਸਿਸਟਮ ਜਿਹੜਾ। ਇਸ ਤਰ੍ਹਾਂ ਸੁਭਾਅ ਹੈ ਆਦਮੀ ਦਾ ਸਰੂਪ ਅਸਲੀ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਬਈ ਤੂੰ ਜਿਹੜੀ ਚੀਜ਼ ਮੇਰੇ ਕੋਲੋਂ ਮੰਗਣ ਆਇਆ ਹੈ, ਇੱਕ ਆਦਮੀ ਨਵਾਂ ਨਵਾਂ ਮੰਗਣ ਗਿਆ ਹੈ, ਇੱਕ ਘਰ ਤੋਂ ਦੂਜੇ ਘਰ। ਪੁਰਾਣੇ ਸਮੇਂ ਵਿੱਚ ਅੱਗ ਮੰਗਣ ਜਾਂਦੇ ਸੀ ਆਮ ਤੌਰ ਤੇ। ਕਿਸੇ ਨਵੇਂ ਬੱਚੇ ਨੂੰ ਉਹਦੀ ਮਾਂ ਨੇ ਭੇਜ ਦਿੱਤਾ ਵੀ ਮੇਰਾ ਟਾਈਮ ਨਹੀਂ, ਤੂੰ ਗੁਆਂਢ ਵਿੱਚੋਂ ਅੱਗ ਦਾ ਇੱਕ ਕੋਲਾ ਲੈ ਕੇ ਆ, ਕਿਉਂਕਿ ਉਦੋਂ ਅੱਗ ਵੀ ਨਹੀਂ ਸੀ ਹੁੰਦੀ ਉਸ ਵੇਲੇ, ਦੂਜੇ ਦੇ ਘਰੋਂ ਲਿਆਉਣੀ ਪੈਂਦੀ ਸੀ। ਇਸ ਕਰਕੇ ਲੋਕ ਇੱਕ ਦੂਜੇ ਦੇ ਨੇੜੇ ਸਨ, ਇੱਕ ਦੂਜੇ ਦੀ ਲੋੜ ਪੈਂਦੀ ਸੀ। ਹੁਣ ਤਾਂ ਕਿਸੇ ਨੂੰ ਕਿਸੇ ਦੀ ਲੋੜ ਹੀ ਨਹੀਂ ਰਹੀ। ਮੇਰੇ ਖਿਆਲ ਵਿੱਚ ਪਤੀ ਪਤਨੀ ਨੂੰ ਵੀ ਲੋੜ ਕੋਈ ਨਹੀਂ। ਉਹ ਕਹਿੰਦੀ ਗੱਡੀ ਮੇਰੀ ਆਪਣੀ ਹੈ, ਪਤੀ ਕਹਿੰਦਾ ਮੇਰੀ, ਦੋਵੇਂ ਵੱਖਰੀ ਜਾਣ, ਕੋਈ ਨਹੀਂ ਦੇਖਦਾ ਨਹੀਂ। ਪਦਾਰਥ ਜਿੰਨਾ ਵਧਿਆ ਆਦਮੀ ਉਹਨਾਂ ਦੂਰ ਹੋ ਗਿਆ, ਇੱਕ ਦੂਜੇ ਤੋਂ ਦੂਰ ਚਲਾ ਗਿਆ। ਕਿਸੇ ਬੱਚੇ ਨੂੰ ਭੇਜ ਦਿੱਤਾ ਉਹਦੀ ਮਾਂ ਨੇ ਵੀ ਮੇਰਾ ਟਾਈਮ ਨਹੀਂ, ਤੂੰ ਅੱਗ ਦਾ ਕੋਲਾ ਗੁਆਂਢ ਵਿੱਚੋਂ ਲਿਆ। ਹੁਣ ਜਦੋਂ ਉਹਨੇ ਭੇਜ ਦਿੱਤਾ ਕੰਮ ਕਰਨ ਲਈ ਤੇ ਭੇਜ ਦਿੱਤਾ, ਤੇ ਉਹਦਾ ਫਰਜ਼ ਬਣਦਾ ਸੀ ਦੱਸਦੀ ਉਹਨੂੰ ਵੀ ਜਿਹੜਾ ਕੋਲਾ ਤੂੰ ਲਿਆਉਣਾ ਹੈ ਨਾ, ਉਹਨੂੰ ਹੱਥ ਨਾ ਲਾਈ, ਕਿਸੇ ਚੀਜ਼ ਵਿੱਚ ਫੜ ਕੇ ਲਿਆਈ। ਜਿੱਥੇ ਗਿਆ ਬੱਚਾ, ਉਹ ਵੀ ਮਾਂ ਜਿਹੜੀ ਵਿਅਸਤ ਸੀ, ਬਿਜੀ ਸੀ, ਉਹਨੇ ਵੀ ਸੋਚਿਆ ਵੀ ਜਿਹਨੇ ਭੇਜਿਆ ਦੱਸੀ ਹੋਵੇਗਾ ਨਾ ਕੋਲੇ ਦਾ ਸੁਭਾਅ ਕੀ ਹੁੰਦਾ ਤੇ ਸਰੂਪ ਕੀ ਹੁੰਦਾ। ਉਹਨੇ ਜਾ ਕੇ ਕਿਸੇ ਭਾਂਡੇ ਵਿੱਚ ਪਾ ਦਿੱਤਾ ਕੋਲਾ, ਤੇ ਹੁਣ ਕੋਲਾ ਜਦੋਂ ਭਖਦਾ ਹੈ ਬਹੁਤ ਸੋਹਣਾ ਲੱਗਦਾ। ਬਸੰਤ ਸ਼ਬਦ ਇੱਥੋਂ ਹੀ ਬਣਿਆ, ਬਸੰਤਰੀ ਰੰਗ ਦਾ, ਕੇਸਰੀ ਰੰਗ ਦਾ ਲੱਗਦਾ ਕੋਲਾ, ਬੜਾ ਸੋਹਣਾ। ਹੁਣ ਬੱਚੇ ਨੂੰ ਉਹਦਾ ਸਰੂਪ ਸੋਹਣਾ ਲੱਗਦਾ, ਪਰ ਉਹਦੇ ਸੁਭਾਅ ਬਾਰੇ ਜਾਣਕਾਰੀ ਨਹੀਂ, ਉਹਨੂੰ ਦੱਸਿਆ ਨਹੀਂ ਗਿਆ। ਜਦੋਂ ਲੈ ਕੇ ਆ ਰਿਹਾ ਸੀ, ਉਹਨੇ ਉਹਨੂੰ ਹੱਥ ਪਾ ਲਿਆ। ਬਸ ਹੱਥ ਪਾਉਂਦਿਆਂ ਸਾਰ ਸੜ ਕੇ ਸੁਆਹ ਹੋ ਗਿਆ, ਕੋਲਾ ਡਿੱਗ ਪਿਆ, ਹੱਥ ਜ਼ਖਮੀ ਹੋ ਗਿਆ, ਰੋਣ ਲੱਗ ਪਿਆ, ਕਿਲਕਾਰੀਆਂ ਚੀਕਾਂ ਮਾਰਨ ਲੱਗ ਪਿਆ। ਮਾਂ ਨੇ ਵੇਖਿਆ। ਕਿਉਂ ਹੋਇਆ? ਕਿਉਂਕਿ ਉਹਨੇ ਕੋਲੇ ਦਾ ਸਰੂਪ ਵੇਖਿਆ ਸੀ, ਕੋਲੇ ਦਾ ਸੁਭਾਅ ਨਹੀਂ ਸੀ ਵੇਖਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੇ ਕੋਲੋਂ ਸੰਸਾਰ ਦੇ ਪਦਾਰਥ ਮੰਗਣ ਆਇਆ, ਪਹਿਲਾਂ ਮੇਰੇ ਕੋਲੋਂ ਇਹ ਵੀ ਸੁਣ ਲੈ ਵੀ ਇਹਨਾਂ ਦਾ ਸੁਭਾਅ ਕੀ ਹੈ ਤੇ ਇਹਨਾਂ ਦੀ ਵਰਤੋਂ ਕਿੱਦਾਂ ਕਰਨੀ। ਮੈਂ ਨਹੀਂ ਕਹਿੰਦਾ ਪਦਾਰਥ ਨਾ ਰੱਖ, ਕੋਲਾ ਰੱਖ, ਪਰ ਕੋਲੇ ਨੂੰ ਹੱਥ ਨਾ ਪਾਈ। ਬਾਬੇ ਫਰੀਦ ਨੂੰ ਪੜੋ, ਉਹ ਕਹਿੰਦੇ ਨੇ ਹੱਥ ਨਾ ਲਾਏ ਕਸੁੰਭੜੇ, ਜਲ ਜਾਸੀ ਢੋਲਾ। ਕਸੁੰਭਾ ਇੱਕ ਫੁੱਲ ਹੈ। ਕਸੁੰਭੇ ਦੇ ਫੁੱਲ ਦਾ ਮਤਲਬ ਹੈ ਅੱਗ, ਅੱਗ ਦਾ ਮਤਲਬ ਹੈ ਮਾਇਆ। ਮਾਇਆ ਦਾ ਸੁਭਾਅ ਗਰਮ ਹੈ। ਤੁਸੀਂ ਮਾਇਆ ਦਾ ਸਰੂਪ ਪੜ੍ਹ ਕੇ ਦੇਖੋ, ਮਾਇਆ ਦਾ ਸਰੂਪ, ਇਹਦੇ ਉੱਤੇ ਤੁਸੀਂ ਐਕਸਪੀਰੀਅੰਸ ਕਰ ਸਕਦੇ ਹੋ, ਪੂਰਾ ਤਜਰਬਾ ਕਰ ਸਕਦੇ ਹੋ। 1 ਮਹੀਨਾ ਤੁਸੀਂ ਲਗਾਤਾਰ 2 ਘੰਟੇ ਜਿਵੇਂ ਨਿਤਨੇਮ ਕਰੀਦਾ, ਇੱਕੋ ਟਾਈਮ ਮਾਇਆ ਗਿਣੋ, ਇੱਕੋ ਟਾਈਮ ਕਰੰਸੀ ਨੂੰ ਗਿਣੋ, ਹੱਥਾਂ ਨਾਲ ਧਿਆਨ ਨਾਲ ਵੇਖੋ, ਜੋੜ ਲਾਓ ਕਿੰਨੇ ਹੋ ਗਏ। 1 ਮਹੀਨੇ ਬਾਅਦ ਤੁਹਾਨੂੰ ਪ੍ਰਤੀਤ ਹੋਵੇਗਾ ਮੇਰੇ ਸਰੀਰ ਵਿੱਚ ਜਲਨ ਹੋਣੀ ਸ਼ੁਰੂ ਹੋ ਗਈ, ਸਰੀਰ ਵਿੱਚ ਜਲਨ ਹੋਣੀ ਸ਼ੁਰੂ ਹੋ ਗਈ। ਕਿਉਂਕਿ ਜਿਹੜਾ ਮਾਇਆ ਦਾ ਸਰੂਪ ਹੈ ਨਾ, ਕੋਈ ਵੀ ਹੋਵੇ, ਕੱਲੀ ਕਰੰਸੀ ਨਹੀਂ, ਧਨ ਨਹੀਂ, ਕੋਈ ਵੀ ਸਰੂਪ ਹੈ ਮਾਇਆ ਦਾ, ਜਦੋਂ ਉਹਦਾ ਚਿੰਤਨ ਕੀਤਾ ਜਾਏਗਾ ਤੇ ਜਿਹੜਾ ਵਿਅਕਤੀ ਉਹਦੇ ਵਿੱਚ ਸੁਰਤ ਲਾ ਰਿਹਾ, ਉਹਦੀ ਸੁਰਤ ਦੇ ਵਿੱਚ ਤਪਸ਼ ਆਉਣੀ ਸ਼ੁਰੂ ਹੋ ਜਾਏਗੀ, ਕਿਉਂਕਿ ਉਹਦਾ ਸੁਭਾਅ ਗਰਮ ਹੈ। ਉਹਦੇ ਵਿੱਚੋਂ ਖਿੱਚ ਲਏਗਾ, ਜੈਸੋ ਸੇਵਾ ਤੈਸਾ ਹੋਵੇ, ਉਹਦੇ ਵਿੱਚੋਂ ਖਿੱਚਣਾ ਸ਼ੁਰੂ ਕਰ ਦੇਗਾ ਸੁਭਾਅ ਨੂੰ। ਤੇ ਗੁਰੂ ਸਾਹਿਬ ਨੇ ਤਾਂ ਹੀ ਇਹ ਉਦਾਹਰਨ ਦਿੱਤੀ ਸੀ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿੰਦੇ ਮਰੈ, ਸਰਪ ਜੋਨ ਬਲ ਬਲ ਅਵਤਰੈ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਨਾ। ਬੜੇ ਸੱਜਣ ਹੁਣ ਨਵੇਂ ਗਿਆਨ ਦੇ ਰਹੇ ਨੇ ਦੁਨੀਆ ਨੂੰ। ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਛੱਡ ਕੇ ਕਹਿੰਦੇ ਕੋਈ ਜਨਮ ਮਰਨ ਨਹੀਂ ਹੁੰਦਾ, ਕੋਈ ਜੂਨਾ ਨਹੀਂ ਹੁੰਦਾ। ਇਹ ਹੁਣ ਚੱਲਿਆ ਥੋੜੇ ਚਿਰ ਦਾ। ਤੁਸੀਂ ਕਦੀ ਸੋਚੋ ਵੀ ਆਹ ਜਿਹੜਾ ਗਿਆਨ 10 ਸਾਲਾਂ ਦਾ, ਮੈਂ ਨਹੀਂ ਕਹਿ ਰਿਹਾ ਤਰਕ ਨਹੀਂ ਹੋਣਾ ਚਾਹੀਦਾ, ਤਰਕ ਹੋਵੇ, ਚੀਜ਼ਾਂ ਦਾ ਹਿਸਾਬ ਕਿਤਾਬ ਤਾਂ ਹੋਵੇ, ਪਰ ਸੁਖ ਸਿੱਖ ਹੁਣ ਇੰਨਾ ਪੜ ਗਿਆ ਵੀ ਗੁਰੂ ਨੂੰ ਪੜਾਉਣ ਲੱਗ ਪਿਆ। ਠੀਕ ਹੈ, ਸਿੱਖ ਪੜਿਆ ਹੋਵੇ, ਸਿਆਣਾ ਹੋਵੇ, ਚੰਗੀ ਗੱਲ ਹੈ, ਪਰ ਇੰਨਾ ਸਿਆਣਾ ਥੋੜੀ ਹੋ ਜਾਏ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਕਵੇ ਮੈਂ ਨਿਚੋੜ ਕੱਢਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਨਮ ਮਰਨ ਕੋਈ ਨਹੀਂ, ਮੈਂ ਬੜੇ ਥਾਵਾਂ ਤੇ ਇੱਧਰ ਗਿਆ, ਕਹਿੰਦੇ ਆਹ ਕਹਿ ਕੇ ਚਲੇ ਗਏ ਨੇ,
मैं कहा तुसीं आप वेख लो गुरु ग्रंथ साहिब विच वेखो की अर्थ बनदा। जन्मां दी गल किन्ने थावां ते कीती गई गुरु ग्रंथ साहिब, जन्म जन्म की इस मन को मल लागी, बहुत जन्म विछरे थे माधो। क्या है ना गुरु ग्रंथ साहिब दे विच, कई जन्म भै कीट पतंगा। ਇਹਦੇ अर्थ की करोगे, ਕਿਹੜੀ ਫਿਲਾਸਫੀ, कोई अर्थ नहीं निकल सकते। ਤਾਂ ਇਹ ਜਿਹੜਾ ਹੁਣ ਉਹਦਾ ਕਾਰਨ ਸਿਰਫ ਇੱਕੋ ਹੈ ਕਿ ਮਨੋਵਿਗਿਆਨ ਹੈ। ਉਹਨੂੰ ਕਹਿੰਦੇ ਜਦੋਂ ਚੋਣਾਂ ਲੜਦਾ ਹੈ ਕੋਈ ਰਾਜਨੀਤਿਕ ਦਲ, ਉਹ ਇੱਕ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਸਟੰਟ ਕਰਦਾ ਹੈ। ਕੋਈ ਨਵਾਂ ਹਵਾ ਖੜਾ ਕਰਦਾ ਹੈ, ਬਈ ਖੰਡ 2 ਰੁਪਏ ਕਿਲੋ ਕਰ ਦਿਆਂਗੇ, ਲੋਕ ਪਿੱਛੇ ਦੌੜ ਪੈਂਦੇ ਵੀ ਇਹ ਤੇ ਨਵੇਂ ਹੈ, ਬਹੁਤ ਕਮਾਲ ਦੀ ਗੱਲ। ਜਿਵੇਂ ਦਾਲ ਤੇ ਆਟਾ ਪਿੱਛੇ ਜੀ ਬਹੁਤ ਸਸਤਾ ਕਹਿੰਦੇ ਪੰਜਾਬ ਵਿੱਚ ਕਹਿੰਦੇ ਸੀ ਕਰਦੇ ਆ, ਦਾਲ ਤੇ ਆਟਾ ਬਹੁਤ ਸਸਤਾ ਹੋ ਜਾਏ। ਉਹ ਦਾਲ ਤੇ ਆਟੇ ਦਾ ਪਤਾ ਨਹੀਂ ਭੁੱਖੀ ਸਸਤੀ ਹੋ ਗਈ ਉੱਥੇ ਪੰਜਾਬ ਵਿੱਚ। ਦਾਲ ਆਟੇ ਬਾਰੇ ਨਹੀਂ ਪਤਾ ਕਿੱਧਰ ਚਲਾ ਗਿਆ ਉਹ ਨਾਰਾ। ਤੇ ਅਸੀਂ ਪਾ ਦਿੱਤੀਆਂ ਵੋਟਾਂ ਨੀਲੀਆਂ ਪੱਗਾਂ ਨੂੰ ਲੱਜ ਕੇ, ਬਾਅਦ ਵਿੱਚ ਉਹਨਾਂ ਨੇ ਗਰਕ ਕਰ ਦਿੱਤਾ ਭੁੱਕੀ ਵੰਡ ਕੇ ਸਾਰਾ ਕੁਝ। ਉਹ ਭੁੱਕੀ ਸਸਤੀ ਹੋ ਗਈ, ਆਟਾ ਮਹਿੰਗਾ ਹੋ ਗਿਆ। ਹੁਣ ਸਾਰਾ ਕੁਝ ਜਦੋਂ ਲੱਗ ਗਈ ਲੋਕਾਂ ਨੂੰ, ਹੁਣ ਕਹਿੰਦੇ ਇਹਨਾਂ ਦਾ ਇਲਾਜ ਕਰੋ, ਹੁਣ ਇਲਾਜ ਕਰੋ, ਹੁਣ ਬਾਰਡਰਾਂ ਦੇ ਉੱਤੇ ਰੈਲੀਆਂ ਕਰੋ ਵੀ ਪਾਕਿਸਤਾਨ ਭੇਜ ਰਿਹਾ ਹੈ, ਤੇ ਬਾਰਡਰ ਖੋਲਿਆ ਕਿਹਨੇ? ਇਹ ਪਖੰਡ ਨੇ ਸਾਰੇ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਵੀ ਅਗਲੀਆਂ ਚੋਣਾਂ ਵਿੱਚ ਇੱਕ ਨਵਾਂ ਸਟੰਟ, ਜਿਵੇਂ ਰਾਜਨੀਤਿਕ ਲੋਕ ਕਰਦੇ ਨੇ, ਇਸ ਤਰ੍ਹਾਂ ਸਟੇਜਾਂ ਤੇ ਆਉਣ ਵਾਲੇ ਲੋਕ ਨਵੇਂ ਸਟੰਟ ਦਿੰਦੇ ਨੇ ਤਾਂ ਕਿ ਲੋਕਾਂ ਦੇ ਦਿਮਾਗ ਵਿੱਚ ਨਵੀਆਂ ਚੀਜ਼ਾਂ ਪਾ ਕੇ ਉਹਨਾਂ ਨੂੰ ਉਤਸ਼ਾਹਿਤ ਕਰਕੇ ਕਿਹਾ ਜਾਵੇ ਵੀ ਆਹ ਗੱਲ ਤੇ ਪਹਿਲਾਂ ਕਦੀ ਕਿਸੇ ਕਹੀ ਨਹੀਂ ਸੀ ਜਿਹੜੀ ਹੁਣ ਕਹੀ ਗਈ। ਇੱਕ ਤਰੀਕਾ ਹੁੰਦਾ ਤੇ ਤੁਸੀਂ ਇਹਦੇ ਤੋਂ ਸੁਚੇਤ ਰਿਹਾ ਕਰੋ ਵੀ ਜਿਹੜੀ ਗੱਲ ਬੰਦਾ ਕਰ ਰਿਹਾ ਹੈ ਕੀ ਉਸ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਕਿਤੇ ਹੈ, ਔਰ ਉਹ ਤਾਂ ਅਸੀਂ ਕਰਾਂਗੇ ਜੇ ਸਾਡਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਹੋਇਆ। ਜੇ ਅਸੀਂ ਵੀ ਭਗੌੜੇ ਆ ਗੁਰੂ ਗ੍ਰੰਥ ਸਾਹਿਬ ਦੇ ਤੇ ਅਸੀਂ ਕਹਿਣਾ ਸ਼ੁਕਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਉਲਟ ਬੋਲਣ ਵਾਲਾ ਆਇਆ। ਜੇ ਅਸੀਂ ਆਪ ਭਗੌੜੇ ਆ ਗੁਰੂ ਗ੍ਰੰਥ ਸਾਹਿਬ, ਜੇ ਅਸੀਂ ਆਪ ਮਨਮਤ ਕਰਨੇ ਆ, ਫਿਰ ਤੇ ਅਸੀਂ ਕਹਿਣਾ ਹੀ ਨਹੀਂ, ਫਿਰ ਤੇ ਅਸੀਂ ਪ੍ਰੋਫੈਸਰਾਂ ਦੇ ਸਿੱਖ ਹੋ ਜਾਵਾਂਗੇ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹੋਵਾਂਗੇ। ਧਿਆਨ ਦੇਣਾ। ਇਸ ਕਰਕੇ ਬਾਬਾ ਫਰੀਦ ਕਹਿੰਦੇ ਸਭ ਤੋਂ ਪਹਿਲੀ ਜ਼ਰੂਰਤ ਹੈ ਕਿ ਜਗਤ ਦੇ ਪਦਾਰਥ ਦਾ ਸੁਭਾਅ ਸਮਝ ਕੀ ਹੈ। ਤੇ ਉਹ ਕਹਿੰਦੇ ਚੀਜ਼ਾਂ ਮੰਗ ਮੇਰੇ ਤੋਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜੋ ਕਹੇਗਾ ਦਿਆਂਗਾ, ਜੋ ਕਹੇਗਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਦੇਵੈ। ਦੇਣ ਨੂੰ ਤਾਂ ਤਿਆਰ ਹਾਂ, ਪਰ ਮੈਂ ਤੇਰੇ ਨਾਲ ਬੇਇਨਸਾਫੀ ਤੇ ਧੋਖਾ ਨਹੀਂ ਕਰ ਸਕਦਾ ਵੀ ਮੈਂ ਤੈਨੂੰ ਮਾਇਆ ਦਿਆਂਗਾ ਤੇ ਮਾਇਆ ਨੂੰ ਵਰਤਨ ਜਾਚ ਨਾ ਦੱਸਾਂਗਾ। ਮੈਂ ਕਦੀ ਤੈਨੂੰ ਅੱਗ ਵਿੱਚ ਨਹੀਂ ਸਿੱਟ ਸਕਦਾ। ਮਾਇਆ ਦਾ ਸੁਭਾਅ ਗਰਮ ਹੈ। ਮੈਨੂੰ ਇਸ ਤਰ੍ਹਾਂ ਦੇ ਲੋਕ ਮਿਲੇ ਜਿਹੜੇ ਕਰੋੜਾਪਤੀ ਸਨ, ਕਰੋੜਾਪਤੀ, ਸਾਰੇ ਟੈਸਟ ਕਰਾ ਲਏ ਸਾਰੀ ਦੁਨੀਆ ਵਿੱਚੋਂ, ਤੇ ਫਿਰ ਬੰਦਾ ਕੋਈ ਨਾ ਕੋਈ ਕਿਸੇ ਨੂੰ ਪੁੱਛਦੇ ਹੀ ਧਾਰਮਿਕ ਬੰਦੇ ਨੂੰ ਵੀ ਸ਼ਾਇਦ ਇਹ ਸਿਰ ਤੇ ਹੱਥ ਰੱਖੇਗਾ ਤਾਂ ਠੀਕ ਹੋ ਜਾਏ। ਕਹਿੰਦੇ ਜੀ ਕਰੋ ਕੋਈ ਕਿਰਪਾ। ਮੈਂ ਕਿਹਾ ਹੈ ਕੀ? ਕਹਿੰਦੇ ਸਰੀਰ ਵਿੱਚ ਜਲਨ ਹੁੰਦੀ ਰਹਿੰਦੀ, ਸਰੀਰ ਜਲਦਾ ਰਹਿੰਦਾ। ਤਾਂ ਮੈਂ ਉਹਨਾਂ ਦੀ ਜਿਹੜੀ ਹਿਸਟਰੀ ਸੀ ਥੋੜੀ ਜਿਹੀ ਪੁੱਛੀ ਵੀ ਕੀ ਕਰਦੇ ਹੋ, ਕੀ ਕੰਮ ਹੈ? ਕਹਿੰਦੇ ਜੀ ਕੰਮ ਤਾਂ ਬਹੁਤ ਵੱਡਾ ਹੈ। ਕਿਹੜਾ? ਕਹਿੰਦੇ ਪਤਾ ਹੀ ਨਹੀਂ ਮਾਇਆ ਕਿੰਨੀ ਕੋਈ। ਮੈਂ ਕਿਹਾ ਮਾਇਆ ਬਾਰੇ ਨਹੀਂ ਪੁੱਛਿਆ, ਚਲੋ ਮਾਇਆ ਵੀ ਦੱਸ ਦਿਓ। ਕਹਿੰਦੇ ਗਿਣੀ ਨਹੀਂ ਜਾਂਦੀ ਕਿੱਥੇ ਕਿੱਥੇ ਪ੍ਰਾਪਰਟੀ ਵੱਡੀ ਪੱਧਰ ਤੇ। ਮੈਂ ਕਿਹਾ ਉਹ ਭਾਈ ਉਹ ਤਾਂ ਠੀਕ ਹੈ, ਦੱਸੋ ਵੀ ਆਈ ਕਿੱਥੋਂ ਹੈ, ਕੰਮ ਕਿਹੜਾ ਕੀਤਾ ਹੈ? ਉਹ ਫਿਰ ਕੋ ਮੂੰਹ ਜਿਹਾ ਪਰਾਂ ਕਰਨ। ਫਿਰ ਇੱਕ ਨਾਲ ਦੇ ਨੇ ਕਿਹਾ ਜੀ ਸਮਗਲਿੰਗ ਕਰਦੇ ਰਹਿੰਦੇ ਨਸ਼ਿਆਂ ਦੀ, ਨਸ਼ਿਆਂ ਹੁਣ ਇਕੱਠੀ ਕਰ ਲਈ ਅਰਬਾਂ ਰੁਪਈਏ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਮੈਨੂੰ ਨਾ ਪੁੱਛੋ, ਤੇ ਨਾ ਮੈਂ ਤੁਹਾਡੇ ਸਿਰ ਤੇ ਹੱਥ ਰੱਖ ਸਕਣਾ ਵੀ ਕਿਉਂ ਸੜਦਾ ਸਰੀਰ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਦਿਨ ਰਾਤ ਮਾਇਆ ਵਾਸਤੇ ਜਿਉਂਦਾ ਹੈ ਉਹ ਸੱਪ ਦੀ ਜੂਨ ਵਿੱਚ ਪੈਣਾ ਤੇ ਬਾਅਦ ਦੀ ਗੱਲ ਹੈ। ਉਹਦੇ ਅੰਦਰ ਸੱਪ ਦੇ ਗੁਣ ਪੈਦਾ ਹੋ ਜਾਣਗੇ, ਸਰਪ ਦੇ ਗੁਣ। ਤੇ ਸੱਪ ਦੇ ਵਿੱਚ ਦੋ ਚੀਜ਼ਾਂ ਲਗਾਤਾਰ ਚੱਲਦੀਆਂ ਨੇ, ਇੱਕ ਉਹਦਾ ਸਰੀਰ ਸੜਦਾ ਰਹਿੰਦਾ ਹੈ, ਇੱਕ ਉਹ ਟਿਕ ਕੇ ਨਹੀਂ ਬੈਠਦਾ। ਆਹ ਦੋ ਗੁਣ ਤੁਸੀਂ ਸੱਪ ਨੂੰ ਸਾਹਮਣੇ ਵੇਖੋ, ਉਹ ਕਦੀ ਪੂੰਛ ਹਿਲਾਏਗਾ, ਕਦੀ ਮੂੰਹ, ਕਦੀ ਜੀਭ ਮਾਰੇਗਾ।
ਮਾਇਆਧਾਰੀ ਬੰਦਾ ਪਹਿਲੀ ਗੱਲ ਤੇ ਸੰਗਤ ਵਿੱਚ ਆਉਂਦਾ ਹੀ ਨਹੀਂ, ਜੇ ਆ ਗਿਆ ਤਾਂ ਟਿਕੇਗਾ ਨਹੀਂ, ਟਿਕੇਗਾ ਨਹੀਂ। ਦੂਜਾ, ਉਹਦਾ ਸਰੀਰ ਜਿਹੜਾ ਨਾ ਜ਼ਹਿਰ ਦੇ ਨਾਲ ਉਹਦੇ ਵਿੱਚੋਂ ਸੇਕ ਨਿਕਲਦਾ ਰਹਿੰਦਾ। ਸੱਪ ਐਵੇਂ ਨਹੀਂ ਡੰਗ ਮਾਰਦਾ, ਉਹਦਾ ਸਰੀਰ ਸੜਦਾ ਹੈ। ਤੇ ਜਿਸ ਬੰਦੇ ਨੇ ਮਾਇਆ ਦਾ ਚਿੰਤਨ ਬਹੁਤਾ ਕੀਤਾ, ਮਾਇਆ ਦਾ ਚਿੰਤਨ ਬੇਸ਼ੁਮਾਰ ਕੀਤਾ, ਮਾਇਆ ਦਾ ਸੁਭਾਅ ਖਿੱਚ ਲਿਆ ਉਹਨੇ ਆਪਣੇ ਅੰਦਰ ਆ ਗਿਆ। ਕਿਉਂਕਿ ਇਹ ਇੱਕ ਮਨੋਵਿਗਿਆਨ ਹੈ। ਤੁਸੀਂ ਜਿਹੜੀ ਚੀਜ਼ ਨੂੰ ਬਾਰ-ਬਾਰ ਚੇਤੇ ਕਰਦੇ ਹੋ, ਬਾਰ-ਬਾਰ ਕਰਦੇ ਹੋ, ਉਹਦਾ ਸੁਭਾਅ ਅੰਦਰ ਆਉਣਾ ਸ਼ੁਰੂ ਹੋ ਜਾਂਦਾ। ਆ ਜਿਹੜਾ ਸ਼ਬਦ ਸੀ ਨਾ, ਸ਼ਬਦ ਦਾ ਗਿਆਨ ਦਿੱਤਾ, ਸ਼ਬਦ ਦਾ ਬੜਾ ਵੱਡਾ ਗਿਆਨ ਸੀ। ਸ਼ਬਦ ਬਹੁਤ ਵੱਡਾ ਭਾਰਾ ਗਿਆਨ ਹੈ ਇਸ ਦੁਨੀਆ ਦਾ। ਹੁਣ ਤਾਂ ਇੱਥੇ ਤੁਹਾਡੇ ਨਾਸਾ ਵਾਲੇ ਵੀ ਉਹਨੂੰ ਮੰਨਣ ਲੱਗ ਪਏ, ਆਪਾਂ ਤੋਂ ਬਾਅਦ ਵਿੱਚ ਮੰਨਾਂਗੇ। ਉਹ ਵੀ ਮੰਨਣ ਲੱਗ ਪਏ ਵੀ ਜਿੰਨਾ ਵਿਗਿਆਨ ਸ਼ਬਦ ਦਾ ਹੈ ਭਾਰਾ, ਇੰਨਾ ਹੋਰ ਕਿਸੇ ਦਾ ਨਹੀਂ। ਕਿਉਂਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਵੀ ਸੰਸਾਰ ਕਿੱਥੋਂ ਬਣਿਆ, ਵਿਗਿਆਨ ਉਸੇ ਥਿਉਰੀ ਤੇ ਕੰਮ ਕਰ ਰਿਹਾ ਵੀ ਜਗਤ ਉਹ ਠੀਕ ਨਿਕਲ ਰਿਹਾ ਹੈ। ਜੋ ਕੁਝ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਵੀ ਸਾਚੇ ਤੇ ਪਵਣਾ ਪਿਆ, ਪਹਿਲਾਂ ਦੋ ਚੀਜ਼ਾਂ ਨਿਕਲੀਆਂ ਸਨ। ਜਦੋਂ ਪਵਨ ਪੈਦਾ ਹੋਈ ਤੇ ਆਵਾਜ਼ ਆਈ, ਉਹ ਵੀ ਕਹਿੰਦੇ ਨੇ ਆਵਾਜ਼ ਨਹੀਂ, ਵਿਗਿਆਨ ਨੇ ਵੇਖਿਆ। ਕੀਤਾ ਪਸਾਓ ਏਕੋ ਕਵਾਓ, ਇੱਕਦਮ ਵਿਸਫੋਟ ਹੋਇਆ, ਬੜਾ ਤੇਜ਼, ਬੜੀ ਤੇਜ਼ ਆਵਾਜ਼ ਆਈ ਤੇ ਆਵਾਜ਼ ਦੇ ਵਿੱਚੋਂ ਸਾਰਾ ਬ੍ਰਹਿਮੰਡ ਖਿਲਰ ਗਿਆ। ਕੋਈ ਟੁਕੜਾ ਕਿਤੇ, ਕੋਈ ਟਿਕੜਾ, ਇਹ ਆਵਾਜ਼ ਤੋਂ ਬਣਿਆ ਸਾਰਾ। ਇੱਕ ਆਵਾਜ਼, ਉਹਨੂੰ ਗੁਰਮਤਿ ਨੇ ਧੁਨੀ ਕਿਹਾ, ਧੁਨੀ, ਧੁਨ ਮੈਂ ਧਿਆਨ, ਉਹਨੂੰ ਸ਼ਬਦ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਦੂਜੇ ਰੂਪ ਦੇ ਵਿੱਚ। ਹੁਣ ਉਹ ਮੰਨਣ ਲੱਗ ਪਏ ਨੇ। ਹੁਣ ਵਿਗਿਆਨ ਵਾਲੇ ਵਿਗਿਆਨਕ ਸ਼ਾਇਦ ਸਾਨੂੰ ਦੱਸਣਗੇ ਵੀ ਤੁਹਾਡਾ ਗੁਰੂ ਬਹੁਤ ਵੱਡਾ ਹੈ, ਸਾਨੂੰ ਨਹੀਂ ਪਤਾ ਲੱਗਣਾ। ਕਿਉਂਕਿ ਅਸੀਂ ਗੁਰੂ ਦੀ ਘੱਟ ਸੁਣਦੇ ਹਾਂ ਸੀ, ਕਿਉਂਕਿ ਸਾਨੂੰ ਇਹ ਪਤਾ ਨਹੀਂ, ਉਹ ਪਤਾ ਨਹੀਂ ਕਿੰਨੇ ਵੱਡੇ ਲੋਕ ਨੇ ਜਿਨ੍ਹਾਂ ਨੇ ਇੰਨੇ ਪੁਲ ਵੱਡੇ ਬਣਾ ਲਏ, ਇੰਨੀਆਂ ਗੱਡੀਆਂ ਵੱਡੀਆਂ ਬਣਾ ਦਿੱਤੀਆਂ, ਪਤਾ ਨਹੀਂ ਕੀ ਬਣਾਇਆ। ਪਰ ਉਹਨਾਂ ਨੂੰ ਪਤਾ ਲੱਗਾ ਵੀ ਸ਼ਬਦ ਦਾ ਕਿੰਨਾ। ਕਿਸੇ ਵੀ ਸ਼ਬਦ ਨੂੰ ਤੁਸੀਂ ਅੱਜ ਇਹਨੂੰ ਤੋਤਾ ਰਟਣੀ ਕਹਿਣ ਲੱਗ ਪਏ ਅੱਜ ਕੱਲ੍ਹ। ਤੋਤਾ ਰਟਣੀ ਉਦੋਂ ਬਣਦੀ ਜਦੋਂ ਬੰਦਾ ਬੋਲ ਰਿਹਾ ਹੈ ਤੇ ਉਹਦੇ ਵਿੱਚ ਉਹਦਾ ਧਿਆਨ ਨਹੀਂ, ਉਦੋਂ ਤੋਤਾ ਰਟਣੀ ਬਣੇ। ਜਦੋਂ ਅਸੀਂ ਬੋਲ ਰਹੇ ਹਾਂ, ਬਾਣੀ ਬੋਲ ਰਹੇ ਹਾਂ ਤੇ ਵਿੱਚ ਆਪ ਹੈ ਨਹੀਂ, ਉਦੋਂ ਤੋਤਾ ਹੀ ਬੋਲਦਾ ਹੈ। ਜਿਵੇਂ ਤੁਸੀਂ ਵੇਖੋਗੇ ਗਣਕਾ ਬਾਰੇ ਸਾਖੀ ਹੈ ਕਿ ਗਣਕਾ ਸੀ ਜਿਹੜੀ ਵੇਸਵਾ, ਉਹ ਤਰ ਗਈ ਤੇ ਜਿਹੜਾ ਤੋਤਾ ਅੱਗੇ ਰਾਮ ਬੋਲਦਾ ਸੀ ਉਹ ਨਹੀਂ, ਉਹਦਾ ਕੋਈ ਜ਼ਿਕਰ ਨਹੀਂ ਆਇਆ ਵੀ ਤੋਤਾ ਵੀ ਬੈਕੁੰਠ ਗਿਆ, ਉਹ ਕਿਤੇ ਨਹੀਂ ਗਿਆ। ਗਣਕਾ ਕਿਉਂ ਗਈ? ਤੋਤਾ ਜਿਹੜਾ ਸੀ ਉਹ ਰਿਪੀਟਿੰਗ ਸੀ। ਤੋਤਾ ਜਿਹੜਾ ਹੈ ਉਹ ਗੁਰੂ ਕੇ ਸਵਾਰਿਓ, ਇੱਕ ਜਿਵੇਂ ਸਾਡੀ ਸਿਮ ਵਿੱਚ ਕੁਝ ਰਿਕਾਰਡ ਕੀਤਾ ਗਿਆ, ਟੇਪ ਰਿਕਾਰਡ, ਉਹ ਬੋਲੀ ਜਾ ਰਿਹਾ ਸੀ। ਭਾਵੇਂ ਗਾਲ ਸਿਖਾ ਦਿਓ, ਭਾਵੇਂ ਨਾਮ ਸਿਖਾ ਦਿਓ, ਉਹਨੇ ਬੋਲਣਾ। ਹੁਣ ਦੀਦੀ ਨੇ ਥੋੜੀ ਵੇਖਣਾ ਵੀ ਗਾਲ ਪਿੱਛੋਂ ਇਹ ਗਾਉਣ ਵਾਲੇ ਆ ਰਹੇ ਜਾਂ ਕੀਰਤਨ ਆ ਰਿਹਾ ਦਰਬਾਰ ਸਾਹਿਬ, ਉਹਨੇ ਤਾਂ ਉਹਨੂੰ ਅੱਗੇ ਪ੍ਰਸਾਰਿਤ ਕਰ ਦੇਣਾ। ਤੋਤਾ ਤੇ ਇੱਕ ਸਿਸਟਮ ਹੈ, ਪਰ ਯਾਦ ਰੱਖੋ ਉਸੇ ਸਿਸਟਮ ਨੂੰ ਭਗਤ ਵੀ ਵਰਤਦਾ ਹੈ, ਰਿਪੀਟਿੰਗ ਭਗਤ ਵੀ ਕਰਦਾ ਹੈ, ਉਹਨੂੰ ਵੀ ਬੋਲਦਾ, ਵਾਰ-ਵਾਰ ਬੋਲੇ। ਪਰ ਉਹਦੇ ਵਿੱਚ ਫਰਕ ਹੈ ਵੀ ਉਹਦੇ ਕੋਲ ਇੱਕ ਸੁਰਤ ਹੈ, ਇੱਕ ਧਿਆਨ ਨਾਲ ਉਹਨੂੰ ਸੁਣ ਰਿਹਾ ਹੈ, ਉਦੋਂ ਉਹ ਤੋਤਾ ਰਟਨ ਨਹੀਂ ਬਣੇਗਾ। ਜੇ ਧਿਆਨ ਨਹੀਂ ਵਿੱਚ ਕਰਦਾ ਫਿਰ ਉਹ ਤੋਤਾ ਰਟਨ ਬਣ ਗਿਆ, ਫਿਰ ਕਰਮਕਾਂਡ ਹੋ ਗਿਆ। ਜਪਨ ਸ਼ਬਦ ਦਾ ਗਿਆਨ ਹੈ ਬਹੁਤ ਵੱਡਾ। ਇਹ ਜਪਨ ਲਈ ਤਾਂ ਦਿੱਤਾ ਗਿਆ ਸਿੱਖ ਨੂੰ ਕਿਉਂਕਿ ਉਹਦਾ ਅਸਰ ਬਣ ਜਾਂਦਾ ਸਰੀਰ ਦੇ ਉੱਤੇ। ਜਿੱਥੇ ਜਿਹੜਾ ਸ਼ਬਦ ਵਾਰ-ਵਾਰ ਕਿਹਾ ਜਾਂਦਾ ਹੈ, ਵਾਰ-ਵਾਰ, ਆਦਮੀ ਦੇ ਚੌਹਾਂ ਪਾਸੇ 10-10 ਫੁੱਟ ਤੱਕ ਉਹਦੀ ਵਾਈਬ੍ਰੇਸ਼ਨ ਉਹ ਬਣਦੀ, ਘੇਰਾ ਬਣਦਾ ਹੈ ਔਰ ਉਹਦਾ ਫਿਰ ਪ੍ਰਭਾਵ ਪੈਂਦਾ ਹੈ ਮਨੁੱਖੀ ਸਰੀਰ ਦੇ ਮਨ ਦੇ ਉੱਤੇ। ਇਹ ਸ਼ਬਦ ਦਾ ਗਿਆਨ ਸੀ ਗੁਰੂ ਸਾਹਿਬ ਦਾ, ਜਿਹਨੂੰ ਅਸੀਂ ਛੱਡ ਦਿੱਤਾ, ਵਿੱਚੋਂ ਕੱਢ ਦਿੱਤਾ, ਬਸ ਅਖਰੀ ਗਿਆਨ ਨੂੰ ਅਸੀਂ ਗਿਆਨ ਕਹਿ ਦਿੱਤਾ। ਇਸ ਕਰਕੇ ਸੁੱਕੇ ਪੁੱਕੇ ਹੋ ਗਏ, ਰਬੜ ਦੇ ਫੁੱਲ ਬਣ ਗਏ। ਬੜੇ ਸੋਹਣੇ ਲੱਗਦੇ ਨੇ ਗਿਆਨ, ਬੜੀਆਂ ਸੋਹਣੀਆਂ ਕਥਾਵਾਂ, ਬੜੇ ਸੋਹਣੇ ਲੈਕਚਰ, ਆਦਮੀ ਕਹਿੰਦਾ ਵੀ ਬਹੁਤ ਸਿਰੇ ਲਾ ਦਿੱਤੀ ਗੱਲ। ਪਰ ਉਹ ਜਿਹੜਾ ਫੁੱਲ ਜੀਵਨ ਦੀ ਧਰਤੀ ਵਿੱਚ ਉਗਣਾ ਸੀ ਨਾਮ ਦਾ, ਉਹ ਨਹੀਂ ਉਗਿਆ ਕਿਉਂਕਿ ਉਹਦੀ ਅਸੀਂ ਗੱਲ ਹੀ ਨਹੀਂ ਕੀਤੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਸਮਾਚਾਰ ਪੱਤਰ ਵਾਂਗੂ ਵਰਤਨੇ ਆ। ਇਹ ਖਬਰਾਂ ਲਿਖੀਆਂ ਹੋਈਆਂ ਨੇ ਦੇ ਅਰਥ ਕਰੋ ਦੀ ਆਸ ਹੀ ਆਸ। ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਜਿੱਥੇ ਸਿੱਖਿਆ ਦਿੰਦੇ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਟੀਚਿੰਗ ਐਂਡ ਬਲੈਸਿੰਗ, ਗੁਰੂ ਦੀ ਕਿਰਪਾ, ਜਿੱਦਣ ਦੋ ਚੀਜ਼ਾਂ ਸਮਝਾਂਗੇ ਉਦੋਂ ਪਤਾ ਲੱਗੇਗਾ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ। ਅਜੇ ਤਾਂ ਅਸੀਂ ਇਕੱਲੀ ਸਿੱਖਿਆ ਸਮਝੀਏ। ਇਸ ਕਰਕੇ ਸਤਿਗੁਰੂ ਸੁਭਾਅ ਦੱਸਦੇ ਨੇ ਕਿ ਅੱਗ ਦਾ ਸੁਭਾਅ ਤੇ ਪਦਾਰਥ ਦਾ ਸੁਭਾਅ ਗਰਮ ਹੈ। ਹੁਣ ਕੀ ਪਦਾਰਥ ਛੱਡ ਦੇਈਏ?
सतगुरु कहते मैं तेनों कहता नहीं छड्ड, अग थोड़ी छड्डनी, अग ते रख घर दे विच। पर जदों भी अग नूं फड़ीदा है, किसी चीज नाल फड़ीदा है, किसी चिमटे नाल, किसी वस्तु नाल, जदों भी अग बाली दी घर दे विच उहनूं कंट्रोल विच रखना पैंदा लाइट दे नाल। वो तो इन्नी वधिया चीज है अग, माया तो इन्नी चंगी चीज है, जीवन को चलाउण वाली माया है। होर कौन चलाउंदा जीवन? वो चला रही। पर तुसी कदी वेखना भी जे अग तवे ते कंढियां नूं पार कर गई, जिहड़ा प्रशादा उन्हें पकाउणा सी उहनूं साड़ के सुआह कर दिता। माया जदों बंदे की बुद्धि नूं पार कर जाती ना, बुद्धि भ्रष्ट हो जाती, सड़ जाती बुद्धि। जदों माया रखी गुरु साहब ने, जिवें तवे दे थले रवे ते प्रशादा पकदा है। माया बंदे की सवारी ना करे, बंदा माया की सवारी करे। ये सतगुरु ने सानू दस्या, रख इनू, कोई शक नहीं, इनू किरत कर। पर एक गल ख्याल रखी, जे तू इहदे वास्ते जिउण लग पिया, तेनू घेर के तबाह कर देगी, नष्ट कर देगी, चक्कर विच पा देगी। इस करके जुगत दसी कि जीवन माया प्लस गुरु का शब्द, दोवां नूं जोड़ के चलो। जदों दोवें इकट्ठे रहणगे, माया भी ब्रह्म का रूप, परमात्मा का रूप धारण कर जाएगी। क्योंकि ये एक सारा दिसदा होया जगत ਉਹਦਾ रूप है। ਐਵੇਂ ही ਅਸੀਂ कही जाएंगे भी माया नहीं, हथ नहीं लाउणा ਇਹਨੂੰ, ਇਹ नहीं। सतगुरु कित्थे मना करदे ने? उदों मना करदे ने जदों एक घर साड़ दिंदी है। जिन्ने घर का काम चलाउणा सी, प्रशादा पकाउणा सी, वो कंट्रोल तो बाहर चली गई, खुली चली गई। अज का आदमी कह रहा है मैं आजाद होना है, मैं खुला होना है। उधरों बड़े सिंह आउंदे ने मैनूं मिलदे, कहते उधर चलने थोड़ी जी खुल है, खुले जाना थोड़े जे, वो खुली तो अग भी थोड़ी जी होगी तो दसो की करेगी? थोड़ी जी खोल दो, ज्यादा खोल दो थोड़ी जी। जिहड़ी अग ने प्रशादा पकाउणा सी उन्हें साड़ देना सारे घर नूं। असीं इस गलत राह ते जा रहे हैं भी जिन्हों कहते बेतरतीब जिउणा, वो आजादी नाल जिउणा हुंदा। बेतरतीबी हो रहे, आजादी हो रहा है। आजादी नाल जीवो, सतगुरु कहते आजादी नाल जी, पर बेतरतीबी विच ना जीवी। बैलेंस तो बाहर ना जाई, संजम तो बाहर ना जाई, मर्यादा तो बाहर ना जाई। मर्यादा तो ते अग भी बाहर हुई ते जिन्हें घर साड़ के सुबाह कर देना। इसलिए फर्क है देवतियां नूं मनाउण वालियां विच ते गुरु ग्रंथ साहिब जी नूं मनाउण वालियां विच। देवतियां नूं जिन्हां ने मनाया, जिहदी मैं गल करके अगे निकल गया सी, ते गुरु ग्रंथ साहिब जी नूं जिन्हां ने मनाया, पदार्थ दोवां ने मंगे ने, सिख ने भी मंगे ने। पर सच्चे पातशाह जी कहते ने तू गड्डी खरीद के लिया ते जदों खरीदी सी ना, पहला तू सोचा भी चलाउण दी जाच सिख लवां। जे तू कली खरीद के ले आंदा ते बह जांदा ड्राइवर सीट ते, घर तक नहीं सी आउण देना तैनूं, राह विच ही उहने तैनूं नष्ट कर देना सी। बस तू माया के संबंध विच, मटीरियल के संबंध विच इको ही गलती कर बैठा है। तू माया ते इकट्ठी कर लीए, पर इनू चलाउणा किवें गड्डी नूं ये नहीं समझिया ते इहने तैनूं अंदरों तबाह कर दिता। एक्सीडेंट हो गया जीवन का, बिना कारण तो जिहड़ा सी कहने दो गेदू ही जीवन का एक्सीडेंट अंदरों। पूरे गुरु ने दस्या भी आ सिखा, तैनूं मैं मोतियां दा मंदिर बना के देवांगा। मोतियां दा मंदिर, श्री राग का पहला शब्द है। गुरु नानक देव जी कहते मेरा सिख इन्ना अमीर होवे, ओदियां कंधां मोतियां दियां बणियां होण। मोती तां मंदिर उसरा है, ओहदे कोल सवारियां होण, सारा कुछ होण। पर कहते जदों ये सारा कुछ आ गया, फिर कहते जी हुण ते जपजी साहब, कहते जपजी साहब पढ़न दा कित्थे टाइम है जी, कोई सौखा जिहा धर्म दसो। तां ही ते फिट बहिंदे लोग जिहड़े कहते बाणी पढ़न की लोड़ नहीं है। फिट बहणगे, क्योंकि
मैं जिन्ने कुछ साल फिरिया मेरा एक तजर्बा है भी हर एक बंदे के उत्ते धर्म का डर है। कोई भी बंदा बचिया नहीं, भावें कम्युनिस्ट, वो चाहता है कि इस स्टेज तो मैनू कोई बंदा मोहर ला के दे दे भी पाठ करने की लोड़ नहीं, ताकि मैं निश्चिंत होकर सवां। नहीं तो वो अंदर एक चलती रही धुड़कू लगा भी पाप हो रहे हैं। इसलिए उन्होंने इस चीज की वरतों कर ली है मनोविज्ञान पढ़ के भी ज्यादा लोग आलसी ने धर्म के मामले में करना नहीं कुछ चाहते, इसलिए उन्होंने कह दिता कोई लोड़ नहीं पाठ करने की, कोई लोड़ नहीं अमृत वेले जागण की। सानू फिट आ गई मसां ते लभे ने बड़ी मुश्किल नाल। इस तरह का उपदेश किते मिलता है सस्ता बिल्कुल, जिहदे विच करना ही कुछ ना पाए। हजूर ने क्या नहीं, मैं तेनू धोखा नहीं दे सकता, मैं तेरे नाल हेरा फेरी नहीं कर सकता, मैं तेनू झूठा आशीर्वाद नहीं दे सकता भी तेनू कुछ नहीं करना पड़ेगा, बस तू सिर ते हथ रख जा, ठीक है मौज कर। तो उस कहानी को मैं पूरा कर दिया। जेड़ा आदमी गरीब सी वो जंगल पे जाके जदों उन्हें अपना कोई मंत्र पढ़िया, कई दिन गरीबी सी ते कहानी में कहा गया कि देवता सामने आया। उन्हें क्या दस कई दिन तू बैठा की चाहिए। हुण वो आदमी जेड़ा सोचन लगा भी की मंगा भी कल फिर ना खत्म हो जाए, लक मंग लिया तो की पता किन्ने दिन लगे। ये तो भगत ही सन जिन्होंने कहा भी पाइया घ्यो चाहिए। अज तक तुसीं अरदास सुनी है भी पाइया घ्यो चाहिए, ट्रक मंगेगा अगला 10 ट्रक मंगेगा भी अगलियां पीढ़ियां दे भी काम आ जाए। तुसीं किसी नूं सुनिया भी 2 किलो दाल मंगदा कोई? पढ़ो अरदास, अद्धा सिर दाल मंगी, अध सिर मांगो दाले, मोको दोनों वक्त जवाले। जदों ये शब्द पढ़िया मैं हैरान हो गया भी ये किवें दा भगत है। दाल भी किलो नहीं मंगी, जे अपने हाथ आ गया गुरु ते भी 10 सिखा की मंगना, ते उन्हें कहना जी बस सारिया टिकट MLA MP दी मैनू दे दो, मेरे एक घर वाली नूं, एक लड़के नूं, एक नूं नूं, सारा बस घर दा ही हो जाए भी जथेदार भी इन्हां नूं बना दे। उन्होंने कुछ होर तरीके नाल मंगिया सी। जदों उन्हें देवते ने कहा भी दस तेनू की चाहिए, तेनू कई दिन हो गए इत्थे बैठिया नूं जंगल विच, ते वो कहंदा जी हुण इहो जी चीज मंगा भी धन धन हो जाए भी परत के मंगना ना पवे। वो कहंदा जी हुण जे तुसीं त्रुठे हो ते किरपा कर दिओ, जिहड़ी चीज नूं हथ लावां सोना बन जाए। हुण ये तां बहुत वड्डी माया कदी खत्म हो सकती उस बंदे को? नहीं हो सकती। हुण देवते का काम समझाउणा नहीं, उहदा काम देना ही हुंदा कल्ला। वो कहंदा जा डिग खूह विच जो कुछ तू मंगिया दा नतीजा वेखी की निकल। असीं मंगने आए ही, उन्हें नहीं मंगिया, कहानी है। सानू कोई कहे भी इस तरह का पाठ कर भी तू हाथ लाएगा थम नूं ते थम सोना बन जाना, असीं सारी रात बैन नूं तैयार हाँ, पर 5 बाणियां गुरु दे आखे लग के नहीं पढ़ांगे। उन्हें क्या वो कहता तथास्तु, इसे तरह होएगा, जिहड़ी चीज नूं हथ लाएगा सोना बन जाएगा। बड़ा खुश हो के घर आया। हुण पता नहीं सी जिहड़ा मंग लिया की बीमारी है। जदों घर आया तो बच्चे बेचारे 2-3 महीनों तो मिले नहीं सन। घर वाली पानी का गिलास लेके आई, वो पानी के गिलास नूं हथ लाया, गिलास सोने का बन गया, पानी भी सोने का बन गया। जदों गिलास पढ़िया तो थोड़ा जिहा टच हो गया, घर वाली की उंगल नाल उंगल लग गई, वो भी सोने की बन गई। तो सोना जिउंदा थोड़ी है, ज्यों ही सोने की हुई मौत हो गई, मर गई। बच्चे भज के आए भी बापू आया कई दिनों बाद, वो बेचारे आके लत्तां नूं चंबड़े हो गए, सोने के बन गए। जेड़े पशु नूं हथ ला लोग कट्ठे होए भी होया कि वो फिर किसी ने कहा भी ये वर लैके आया जब तू परा रहा जे। सच्चाई असी भी वारी लै ने, इसलिए लोग भजते साडे। असी सोना ही बना रहे हैं, सब कुछ जीवन नहीं लभ रहे भी जिंदगी कित्थे है। पर जदों सच्चे पातशाह कोल आवांगे तो कहणगे भी लै जा, पर मैं तेनू दसना ये नहीं मैं तेनू वर देंगा भी सोने नूं, मैं तेनू जिंदगी देंगा।
तू आप कर। उस दिन पता लगेगा कि बिन तुद होर जे मंगना, 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 सिर दुखा कै दुख, सिर दुखा कै दुख, सिर दुखा कै दुख, सिर दुखा कै दुख, देह नाम संतोखिया, 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 देह नाम संतोखिया। उतरै मन की भुख, उतरै मन की भुख, उतरै मन की भुख, उतरै मन की भुख। एक ब्राह्मण ने गुरु अमरदास जी ने खुश होकर कहा सी भी तुहानू की चाहिए। उन्हें साध संगत बड़ा सियाणा सी, दो चीज़ां मंग लईआं सी। हजूर कहंदे भी धन चाहिए, धन लै जा, होर दस। वो कहंदा आ गंगा राम जिहदा तुसीं 2 दिन इत्थे सुनते रहे मेरे तो बाद इतिहास, वो सियाणा बड़ा सी। वो कहंदा जे धन देहे नाम ना देहे जन को। वो पंडित कहंदा गुरु अमरदास जी, जे तुसीं धन दे दिंदे हो ते नाम नहीं दिंदे। पहला उन्हें धन मंगया, हजूर कहंदे मिल जाएगा, कहंदे बस ठीक हो गया काम, कहंदे नहीं अजे रह गया। पहला उन्हें यह कहा जे नाम देहे धन ना देहे जन को, धन बिना जन जग ना सुहाए। कहंदे माया तो बिना इत्थे किसे नहीं बैठ देना कोल। लंगर छकन लग्या भी ਉਹਦੇ ਕੋਲ बंदा पैंदा जिहदी जेब विच कुछ होवे। जे धन देहे नाम ना देहे जन को, नाम बिना जन जमपुर जाए। नाम तो बिना जमा दे बस पै जाएंगे। हजूर कहंदे फिर होर की चाहिए? कहंदे जे नाम देहे धन ना देहे जन को, धन बिना जन जग ना सुहाए। धन भी दिओ संसार दे गुजारे लई, पर जे धन देहे, जे कला धन दे दिओ, नाम ना देहे जन को, नाम बिना जन जामपुर जाए। इसलिए लोड़ जोगा धन ते परलोक लई नाम दिओ। ये दात बख्शिश करो। सतगुरु ने सिख नूं दोवें चीज़ां दित्तियां ने, पर जदों असीं विचों लैस कर दिंदे, जदों कोई डॉक्टर दवाई दिंदा, हकीम एक को लोग दी दवाई दिंदा है ते एक उस दवाई के साइड इफैक्ट नूं रोकण लई दवाई दिंदा है। दो दवाइयां होंदियां। जदों तुसीं दवाई किसी चीज़ की लै लो, वो फिर एक हिदायत करता भी मिस नहीं करनी। ये शब्द कहे मिस नहीं करनी, ये कढ़ना नहीं कुछ। जे तुसीं कढ़िया तो साइड इफैक्ट हो जाए। हुण असीं बड़े सियाणे हां, असीं धन तां लै लैंदे हां, नाम भी दिंदे ने सतगुरु, पर असीं नाम वाली गोली कढ़ के फिर कली धन वाली खा लेंगे, फिर साइड इफैक्ट हुंदा। फिर कहंदे पाठ कराओ। पाठी नूं कहंदे भी कदों को जाओगे? असीं हुण पेटियां भी लिआउणीਆਂ ने जाके ठेके तो, नवेड़ो काम जल्दी। कदों निबड़ेगा तुहाडा काम? आ श्लोक कबीर दे कदों आने ने? कबीर दी उडीक करदे भी कबीर ने छडाउणा, इन्हां तो होर ते कोई नहीं छडाउणा। इस करके असीं ये राह ते तुरे आ, जिहड़ा राह किसी राह थां ते पहुंचाउण वाला नहीं। तां गुरु साहिब दे जिहड़े सिद्धांत ने, भाई गुरदास जी, मैं अगे चला गया, समा हो गया, तो 5 मिनट वास्ते आप सिमरन करना। और ये सिमरन गुरु के महान सिख
ਕੁਰਬਾਨੀ ਕਰਨ ਵਾਲੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜਿਹੜੇ ਕਈ ਦਿਨਾਂ ਤੋਂ ਇਹ ਕੁਰਬਾਨੀ ਕਰਨ ਲਈ ਬੈਠੇ ਹੋਏ ਨੇ। ਹਰ ਇੱਕ ਦਾ ਫਰਜ਼ ਬਣਦਾ ਕਿਉਂਕਿ ਉਹ ਹੱਕ ਇਨਸਾਫ ਵਾਸਤੇ ਜਿਨ੍ਹਾਂ ਦਾ ਟਾਈਮ ਵੀ ਪੂਰਾ ਹੋ ਚੁੱਕਾ ਹੈ, ਜਿਨ੍ਹਾਂ ਨੂੰ ਕੋਰਟ ਨੇ ਵੀ ਕਾਨੂੰਨਨ ਤੌਰ ਤੇ ਵੀ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ, ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਉਹਨਾਂ ਵਾਸਤੇ ਘੱਟੋ ਘੱਟ ਹਮਾਇਤ ਵਿੱਚ ਅਰਦਾਸ ਕਰਨੀ, ਕਿਉਂਕਿ ਇਹ ਦੂਜੇ ਦਾ ਭਲਾ ਹੈ। ਦੂਸਰੇ ਵਾਸਤੇ ਪੰਥਕ ਤੌਰ ਤੇ ਗੁਰੂ ਸਾਹਿਬ ਦਾ ਹੁਕਮ ਹੈ ਔਰ 5 ਮਿੰਟ ਸਿਮਰਨ ਕਰਨਾ, ਉਹਨਾਂ ਦੀ ਸਿਹਤ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ, ਸਾਰਿਆਂ ਨੂੰ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ 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 Guru
बहुत बड़ी ताकत होंदी है विच संगत हर प्रभ बसै जियो। तो ये अरदास सारिਆਂ ने करनी, भुलां चुकां दी खिमा करनी। और प्यार फतेह बुलाओ। वाहिगुरू जी का खालसा